ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਦੋਸਤੋ ਮਾफ़ ਕਰਨਾ ਕਿ ਆਪਣੀ ਕਲਾਸ 4 ਤੋਂ 5 ਦਿਨ ਦਾ ਬ੍ਰੇਕ ਪੈ ਗਿਆ ਵਿੱਚ, ਕਿਉਂਕਿ ਨਾ ਮੇਰੀ ਤਬੀਅਤ ਖਰਾਬ ਹੋਣ ਕਾਰਨ ਮੈਂ ਕਲਾਸ ਨਾ ਤਾਂ ਤਿਆਰ ਕਰ ਪਾਇਆ ਤੇ ਨਾ ਹੀ ਇਹਦੀ ਰਿਕਾਰਡ ਕਰ ਪਾਇਆ। ਠੀਕ ਆ, ਸੋ ਹੁਣ ਆਪਾਂ ਰੈਗੂਲਰ ਰੱਖਾਂਗੇ ਆਪਣੀ ਕਲਾਸ। ਠੀਕ ਆ ਜੀ। ਸੋ ਅੱਜ ਅਗਰ ਆਪਾਂ ਗੱਲ ਕਰੀਏ ਨਾ, ਅੱਜ ਆਪਾਂ ਕਰ ਰਹੇ ਹਾਂ ਜੀ ਪੋਲਿਟੀ ਦੀ ਕਲਾਸ ਨੰਬਰ 14। ਠੀਕ ਆ, ਇਸ ਤੋਂ ਪਹਿਲਾਂ ਆਪਾਂ 13 ਕਲਾਸਾਂ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਪਲੀਜ਼ ਉਹਨਾਂ ਨੂੰ ਪਹਿਲਾਂ ਜਾ ਕੇ ਜ਼ਰੂਰ ਦੇਖੋ। ਠੀਕ ਆ ਜੀ। ਅੱਜ ਦਾ ਜਿਹੜਾ ਆਪਣਾ ਹੁਣ ਆਪਾਂ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਨਾ, ਆਪਾਂ ਆਪਣੇ ਸੰਵਿਧਾਨ ਦਾ ਪਾਰਟ 5ਵਾਂ ਜਿਹਦੇ ਵਿੱਚ ਕਿ ਦਾ ਯੂਨੀਅਨ ਤੇ ਐਗਜ਼ੀਕਿਊਟਿਵ ਦਾ ਸਾਰਾ ਜ਼ਿਕਰ ਕੀਤਾ ਗਿਆ ਵਾ। ਠੀਕ ਆ, ਉਹਦੇ ਵਿੱਚ ਆਪਣੇ 52 ਤੋਂ 151 ਤੱਕ ਆਰਟੀਕਲ ਨੇ। ਸਭ ਤੋਂ ਵੱਡਾ ਪਾਰਟ ਆ ਇਹ। ਠੀਕ ਆ ਜੀ, ਆਪਣੇ ਸੰਵਿਧਾਨ ਦਾ। ਤੇ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ, ਇਹਦੇ ਵਿੱਚ ਆਪਣੇ ਸਭ ਤੋਂ ਪਹਿਲਾਂ ਯੂਨੀਅਨ ਦੇ ਜਿਹੜੇ ਐਗਜ਼ੀਕਿਊਟਿਵ ਆਉਂਦੇ ਨੇ ਉਹ ਸਾਰੇ ਆ ਜਾਂਦੇ ਨੇ। ਇਹ 'ਚ ਪ੍ਰੈਜ਼ੀਡੈਂਟ ਹੋ ਗਿਆ, ਵਾਈਸ ਪ੍ਰੈਜ਼ੀਡੈਂਟ ਹੋ ਗਿਆ, ਪ੍ਰਾਈਮ ਮਿਨਿਸਟਰ ਆ ਗਿਆ, ਕੌਂਸਲ ਆਫ ਮਿਨਿਸਟਰ ਆ ਗਿਆ। ਠੀਕ ਆ ਜੀ, ਅਟਾਰਨੀ ਜਨਰਲ ਹੋ ਗਿਆ। ਠੀਕ ਆ ਜੀ, ਇਹ ਸਾਰੇ ਆਪਣੇ ਯੂਨੀਅਨ ਐਗਜ਼ੀਕਿਊਟਿਵ ਇਹਦੇ ਵਿੱਚ ਆ ਜਾਂਦੇ ਨੇ। ਠੀਕ ਆ ਜੀ। ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਨਾ ਆਪਾਂ ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ ਸਾਰਾ ਆਪਾਂ ਕਰ ਚੁੱਕੇ ਹਾਂ, ਬਹੁਤ ਡਿਟੇਲ ਦੇ ਵਿੱਚ ਕੀਤਾ ਹੋਇਆ। ਅੱਜ ਆਪਾਂ ਨਾ ਪ੍ਰਾਈਮ ਮਿਨਿਸਟਰ ਬਾਰੇ ਪੜ੍ਹਾਂਗੇ। ਉਹਦੀ ਜਿਹੜੀ ਯੂਨੀਅਨ ਦੀ ਕੌਂਸਲ ਆਫ ਮਿਨਿਸਟਰਸ ਹੁੰਦੇ ਨੇ ਉਹ ਹੋਣਾਂਗੇ, ਤੇ ਇੱਕ ਛੋਟਾ ਜਿਹਾ ਟੌਪਿਕ ਆ ਕੈਬਨਿਟ ਕਮੇਟੀ। ਠੀਕ ਆ ਜੀ, ਥੋੜ੍ਹਾ ਜਿਹਾ ਆਪਾਂ ਇਹ ਪੜ੍ਹਾਂਗੇ। ਠੀਕ ਆ ਜੀ। ਅੱਜ ਅਗਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਮੰਡਲ ਤੇ ਕੈਬਨਿਟ ਕਮੇਟੀ ਬਾਰੇ ਆਪਾਂ ਕਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਪ੍ਰਾਈਮ ਮਿਨਿਸਟਰ ਬਾਰੇ। ਪ੍ਰਾਈਮ ਮਿਨਿਸਟਰ ਕੀ ਕਹਿੰਦਾ ਜੀ? ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਪੇਪਰ ਦੇ ਵਿੱਚ ਇਹਦੇ ਵਿੱਚੋਂ ਇਹ ਟੌਪਿਕ ਅਗਰ ਆਪਾਂ ਗੱਲ ਕਰੀਏ ਨਾ, ਪ੍ਰਾਈਮ ਮਿਨਿਸਟਰ ਵੈਸੇ ਬਹੁਤ ਵੱਡੀ ਪੋਸਟ ਹੁੰਦੀ ਆ। ਠੀਕ ਆ ਜੀ, ਪ੍ਰਧਾਨ ਮੰਤਰੀ ਦੀ ਪੋਸਟ ਬਹੁਤ ਵੱਡੀ ਪੋਸਟ ਹੁੰਦੀ ਆ। ਰਾਸ਼ਟਰਪਤੀ ਦੀ ਪੋਸਟ ਵੀ ਵੱਡੀ ਆ, ਬਟ ਅਗਰ ਆਪਾਂ ਗੱਲ ਕਰੀਏ ਨਾ, ਰਾਸ਼ਟਰਪਤੀ ਕੋਈ ਵੀ ਕੰਮ ਕਰਦਾ ਤਾਂ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਨਾ ਆਪਣਾ, ਉਹੀ ਇੰਸਟਰਕਸ਼ਨ ਦਿੰਦਾ ਹੁੰਦਾ। ਰਾਸ਼ਟਰਪਤੀ ਜਸਟ ਇੱਕ ਤਰ੍ਹਾਂ ਨਾਲ ਇੱਕ ਸਾਈਨ ਕਰਦਾ ਹੁੰਦਾ ਵਾ ਵੀ ਇਹਦੇ ਉੱਤੇ ਮੰਨ ਲਓ ਕਿਸੇ ਨੂੰ ਅਪਾਇੰਟ ਕਰਨਾ ਵਾ, ਕਿਸੇ ਨੂੰ ਰਿਮੂਵ ਕਰਨਾ ਵਾ, ਉਹਦੇ ਵਿੱਚ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਿਨਾਂ ਰਾਸ਼ਟਰਪਤੀ ਖੁਦ ਨਹੀਂ ਕਰਦਾ। ਠੀਕ ਆ ਜੀ। ਉਹ ਆਪਾਂ ਅੱਗੇ ਪੜਾਂਗੇ ਵੀ ਕਿੱਦਾਂ ਕਰਦਾ ਵਾ। ਠੀਕ ਆ ਜੀ। ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਨਾ ਆਰਟੀਕਲ 74 ਆ ਗਿਆ ਆਪਣਾ। ਇਹਦੇ ਵਿੱਚ ਉਹ ਕਹਿੰਦੇ ਜੀ ਇੱਕ ਮੰਤਰੀ ਮੰਡਲ ਹੋਵੇਗਾ ਜਿਹਦਾ ਕਿ ਮੁਖੀ ਪ੍ਰਧਾਨ ਮੰਤਰੀ ਹੋਵੇਗਾ, ਜੋ ਕਿ ਰਾਸ਼ਟਰਪਤੀ ਨੂੰ ਸਲਾਹ ਅਤੇ ਸਹਾਇਤਾ ਲਈ ਹੋਣਗੇ। ਠੀਕ ਹੈ ਜੀ। ਇਹ ਹੁਣ ਇਹਨੂੰ ਸਿੱਧੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਅਗਰ ਗੱਲ ਕਰੀਏ ਤਾਂ ਜੇ ਇੱਕ ਹੁੰਦੀ ਆ ਕੌਂਸਲ ਆਫ ਮਿਨਿਸਟਰ ਹੁੰਦੀ ਆ, ਉਹਦਾ ਹੈੱਡ ਹੁੰਦਾ ਵਾ ਪ੍ਰਾਈਮ ਮਿਨਿਸਟਰ। ਠੀਕ ਹੈ ਜੀ। ਸਿੰਪਲ ਤੁਸੀਂ ਇਹ ਪੜ੍ਹ ਲਓ। ਅਗਰ ਆਪਾਂ ਨੂੰ ਕੁਐਸਚਨ ਆਵੇ ਪੇਪਰ ਦੇ ਵਿੱਚ ਕਿ 74 ਨੰਬਰ ਆਰਟੀਕਲ ਦਾ ਸੰਬੰਧ ਕਿਹਦੇ ਨਾਲ ਆ, ਤਾਂ ਸਿੰਪਲੀ ਇਹ ਵਾਲਾ ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੁੰਦਾ ਵਾ। ਇਹਨੂੰ ਤੁਸੀਂ ਯਾਦ ਕਰ ਲੈਣਾ ਵਾ। ਠੀਕ ਹੈ ਜੀ। ਅੱਗੇ ਆਪਾਂ ਕਰਾਂਗੇ ਜੀ। ਨੈਕਸਟ ਆਪਣਾ ਆ ਗਿਆ ਜੀ, ਉਹ ਕਹਿੰਦੀ ਰਾਸ਼ਟਰਪਤੀ ਜਿਹੜਾ ਹੁੰਦਾ ਨਾ ਇੱਕ ਨਾਮ ਮਾਤਰ ਕਾਰਜਕਾਰੀ ਅਥਾਰਟੀ ਹੁੰਦੀ ਆ, ਬਟ ਜਿਹੜੀ ਪ੍ਰਧਾਨ ਮੰਤਰੀ ਹੁੰਦੀ ਆ ਉਹ ਅਸਲੀ ਕਾਰਜਕਾਰੀ ਅਥਾਰਟੀ ਆ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਹੁੰਦਾ ਵਾ, ਉਹ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਹੀ ਕੰਮ ਕਰਦਾ। ਠੀਕ ਆ ਜੀ। ਸੋ ਪ੍ਰਧਾਨ ਮੰਤਰੀ ਇੱਕ ਉਹਨੂੰ ਸਲਾਹ ਦਿੰਦਾ। ਇਹਦੇ ਵਿੱਚ ਸਲਾਹ ਦਾ ਮਤਲਬ ਇਹ ਨਹੀਂ ਹੁੰਦਾ ਗਾ ਵੀ ਜਸਟ ਇੱਕ ਐਡਵਾਈਸ ਦਿੱਤੀ ਤੇ ਰਾਸ਼ਟਰਪਤੀ ਨੇ ਨਾ ਮੰਨੀ। ਇੱਕ ਤਰ੍ਹਾਂ ਨਾਲ ਇਹਨੂੰ ਅਗਰ ਆਪਾਂ ਐਡਵਾਈਸ ਦਿੱਤਾ ਹੋਇਆ ਨਾ, ਇਹਦਾ ਮਤਲਬ ਇਹੀ ਹੁੰਦਾ ਵਾ ਕਿ ਰਾਸ਼ਟਰਪਤੀ ਨੂੰ ਇੰਸਟਰਕਸ਼ਨ ਦਿੱਤੀ ਹੋਈ ਆ ਵੀ ਤੁਸੀਂ ਇਹ ਕੰਮ ਕਰੋ। ਠੀਕ ਆ ਜੀ। ਅੱਗੇ ਰਾਸ਼ਟਰਪਤੀ ਜਿੱਦਾਂ ਆਪਾਂ ਪਹਿਲਾਂ ਵੀਟੋ ਪਾਵਰਸ ਵਗੈਰਾ ਪੜ੍ਹ ਹੀ ਚੁੱਕੇ ਹਾਂ ਕਿ ਰਾਸ਼ਟਰਪਤੀ ਕੋਲ ਜਿੱਦਾਂ ਕੋਈ ਬਿੱਲ ਵੀ ਆਉਂਦੇ ਨੇ ਜਾਂ ਸਾਰਾ ਕੁਛ ਆਉਂਦਾ ਵਾ, ਤਾਂ ਉਹ ਕਿਹੜੀ ਵੀਟੋ ਪਾਵਰਸ ਉਹਦੇ ਕੋਲ ਹੈਗੀਆਂ ਨੇ। ਠੀਕ ਆ। ਸੋ ਬਹੁਤ ਘੱਟ ਸ਼ਕਤੀਆਂ ਨੇ, ਜ਼ਿਆਦਾਤਰ ਜਿਹੜੀਆਂ ਸ਼ਕਤੀਆਂ ਨੇ ਉਹ ਪ੍ਰਧਾਨ ਮੰਤਰੀ ਕੋਲ ਹੀ ਆ। ਠੀਕ ਆ ਜੀ। ਹੁਣ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ, ਹੁਣ ਪੇਪਰ ਦੇ ਵਿੱਚ ਇੱਕ ਹੋਰ ਕੁਐਸਚਨ ਬਣਦਾ, ਕਹਿੰਦਾ ਜੀ ਰਾਸ਼ਟਰਪਤੀ ਆ ਜਿਹੜਾ ਹੈੱਡ ਆਫ ਸਟੇਟ ਹੁੰਦਾ। ਠੀਕ ਆ ਜੀ। ਹੈੱਡ ਆਫ ਸਟੇਟ ਹੁੰਦਾ ਰਾਸ਼ਟਰਪਤੀ, ਜਿਹੜਾ ਗੌਰਮੈਂਟ ਦਾ ਹੈੱਡ ਹੁੰਦਾ ਉਹ ਪ੍ਰਾਈਮ ਮਿਨਿਸਟਰ। ਪੇਪਰ ਦੇ ਵਿੱਚ ਆਪਾਂ ਨੂੰ ਡਾਇਰੈਕਟ ਕੁਐਸਚਨ ਆਊਗਾ ਕਿ ਹੈੱਡ ਆਫ ਦਾ ਗੌਰਮੈਂਟ ਕੌਣ ਆ, ਤਾਂ ਉਹ ਹੋਏਗਾ ਆਪਣਾ ਪ੍ਰਾਈਮ ਮਿਨਿਸਟਰ। ਜੇਕਰ ਆਪਾਂ ਨੂੰ ਆਊਗਾ ਕਿ ਹੈੱਡ ਆਫ ਦੀ ਸਟੇਟ ਕੌਣ ਹੁੰਦਾ, ਹੈੱਡ ਆਫ ਦੀ ਸਟੇਟ ਆਪਣਾ ਰਾਸ਼ਟਰਪਤੀ। ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਕਰ ਲੈਣਾ ਵਾ। ਨੈਕਸਟ ਆ ਗਿਆ ਜੀ ਕੁਐਸਚਨ ਆਪਣਾ ਨੈਕਸਟ ਟੌਪਿਕ ਦੇ ਵਿੱਚ। ਹੁਣ ਅਪਾਇੰਟਮੈਂਟ ਜਿਹੜੀ ਹੁੰਦੀ ਆ ਪ੍ਰਾਈਮ ਮਿਨਿਸਟਰ ਤੇ ਯੂਨੀਅਨ ਕੌਂਸਲ ਆਫ ਮਿਨਿਸਟਰ ਦੀ, ਉਹ ਕਿਸ ਤਰ੍ਹਾਂ ਹੁੰਦੀ ਆ? ਅਗਰ ਆਪਾਂ ਗੱਲ ਕਰੀਏ ਨਾ, ਆਰਟੀਕਲ 75 ਸਾਨੂੰ ਕਹਿੰਦਾ, 75 ਨੰਬਰ। ਇਹ ਆਰਟੀਕਲ ਜਿਹੜੇ ਮੈਂ ਆਰਟੀਕਲ ਲਿਖੇ ਹੋਏ ਨੇ ਇਹ ਤੁਹਾਨੂੰ ਯਾਦ ਕਰਨੇ ਹੀ ਪੈਣੇ ਆ, ਕਿਉਂਕਿ ਪੇਪਰ ਦੇ ਵਿੱਚੋਂ ਅਗਰ ਪ੍ਰਾਈਮ ਮਿਨਿਸਟਰ ਦੇ ਵਿੱਚੋਂ ਜਾਂ ਕੌਂਸਲ ਆਫ ਮਿਨਿਸਟਰ ਦੇ ਵਿੱਚ ਕੁਐਸਚਨ ਬਣਦਾ ਤਾਂ ਉਹ ਇਹਨਾਂ ਦੇ ਵਿੱਚੋਂ ਹੀ ਬਣਦਾ। ਠੀਕ ਆ ਜੀ। ਸੋ ਅਗਰ ਆਪਾਂ ਗੱਲ ਕਰੀਏ ਭਾਰਤੀ ਸੰਵਿਧਾਨ ਦਾ ਆਰਟੀਕਲ 75 ਕਹਿੰਦਾ ਵਾ ਜੀ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਹੁੰਦੀ ਆ। ਦੇਖੋ ਹੁਣ ਇਹਦੇ ਵਿੱਚ ਨਾ ਬਹੁਤ ਸਾਰੇ ਬੱਚੇ ਕਨਫਿਊਜ਼ ਹੋਣਗੇ ਤਾਂ ਕਿ ਯਾਰ ਪ੍ਰਾਈਮ ਮਿਨਿਸਟਰ ਤਾਂ ਹੁੰਦਾ ਵਾ ਜਿੱਦਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ, ਹੈ ਨਾ। ਲੋਕ ਸਭਾ ਦੀਆਂ ਚੋਣਾਂ ਹੋ ਕੇ ਚੋਣਾਂ ਦੇ ਵਿੱਚ ਉਹ ਆਪਦਾ ਇੱਕ ਜਿਹੜਾ ਮੁਖੀ ਹੁੰਦਾ, ਲੀਡਰ ਹੁੰਦਾ, ਉਹ ਪ੍ਰਧਾਨ ਮੰਤਰੀ ਬਣਦਾ ਹੁੰਦਾ, ਹੈ ਨਾ, ਲੋਕਾਂ ਦੁਆਰਾ ਹੁੰਦੀ ਆ। ਉਹ ਹੁੰਦੀ ਆ ਜਿਹੜੀ ਚੋਣ ਵਿਧੀ ਆ। ਠੀਕ ਹੈ। ਚੋਣ ਵਿਧੀ ਕਿ ਕਿਹਦੇ ਦੁਆਰਾ ਚੁਣਿਆ ਜਾਂਦਾ, ਅਪੁਆਇੰਟ। ਹੁਣ ਇਹਦੇ ਵਿੱਚ ਆਇਆ ਕਿ ਅਪੁਆਇੰਟ ਨਿਯੁਕਤੀ ਕੌਣ ਕਰਦਾ, ਉਹਦੀ ਨਿਯੁਕਤੀ ਕਰਦਾ ਵਾ ਆਪਣਾ ਰਾਸ਼ਟਰਪਤੀ। ਠੀਕ ਹੈ ਜੀ। ਸੋ ਅਗਰ ਆਪਾਂ ਨੂੰ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆਊਗਾ ਤੇ ਜਿਹੜੀ ਅਪੁਆਇੰਟਮੈਂਟ ਦੀ ਨਿਯੁਕਤੀ ਕਰਦਾ ਉਹ ਕਰਦਾ ਰਾਸ਼ਟਰਪਤੀ। ਅੱਗੇ ਜੀ ਸਿਧਾਂਤ ਇਹਦੇ ਵਿੱਚ ਇੱਕ ਜਰਨਲ ਪ੍ਰਿੰਸੀਪਲ ਇਹ ਵੀ ਆ ਕਿ ਰਾਸ਼ਟਰਪਤੀ ਲੋਕ ਸਭਾ ਬਹੁਮਤ ਪਾਰਟੀ ਦੇ ਨੇਤਾ ਵਜੋਂ ਪ੍ਰਧਾਨ ਮੰਤਰੀ ਦੀ ਨਿਯੁਕਤ ਕਰਦਾ। ਦੇਖਿਆ ਜੀ। ਅਗਰ ਆਪਾਂ ਗੱਲ ਕਰੀਏ ਲੋਕ ਸਭਾ ਬਹੁਮਤ ਜਿਹੜੀ ਪਾਰਟੀ ਦਾ ਨੇਤਾ ਹੋ ਜਾਂਦਾ, ਜਿਹੜੀ ਪਾਰਟੀ ਲੋਕ ਸਭਾ ਦੀ ਪਾਰਟੀ ਬਹੁਮਤ ਲੈ ਜਾਂਦੀ ਆ। ਠੀਕ ਹੈ ਜੀ। ਉਹਨੂੰ ਬਾਅਦ 'ਚੋਂ ਉਹਦੇ ਵਿੱਚੋਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਰਾਸ਼ਟਰਪਤੀ। ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲ 3 ਨੰਬਰ ਪੁਆਇੰਟ। ਉਹ ਕਹਿੰਦੇ ਜੀ ਜੇਕਰ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ, ਇਹਨੂੰ ਹੁਣ ਤੁਸੀਂ ਚੰਗੀ ਤਰ੍ਹਾਂ ਦੇਖਣਾ
ਜੇਕਰ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲੇ, ਮੇਜੋਰਟੀ ਨਾ ਮਿਲੇ, ਤਾਂ ਰਾਸ਼ਟਰਪਤੀ ਆਪਦੀ ਨਿੱਜੀ ਵਿਵੇਕ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰ ਸਕਦਾ ਵਾ। ਠੀਕ ਹੈ ਜੀ, ਹੁਣ ਇਹ ਵੀ ਮੇਨ ਇੰਪੋਰਟੈਂਟ ਪਾਰਟ ਬਣਦਾ ਵਾ ਕਿ ਅਦਰਵਾਈਜ਼ ਤਾਂ ਲੋਕ ਸਭਾ ਦਾ ਜਿਹੜਾ ਹੁੰਦਾ ਬਹੁਮਤ ਵਾਲਾ ਬੰਦਾ ਹੀ ਹੋ ਜਾਂਦਾ। ਠੀਕ ਆ, ਪ੍ਰਧਾਨ ਮੰਤਰੀ ਦੀ ਨਿਯੁਕਤੀ ਉਹਦੇ ਤੌਰ 'ਤੇ ਹੋ ਜਾਂਦੀ ਹੈ। ਠੀਕ ਆ ਜੀ, ਅਗਰ ਬਾਈ ਚਾਂਸ ਬਹੁਮਤ ਨਾ ਹੋਵੇ ਤਾਂ ਰਾਸ਼ਟਰਪਤੀ ਆਪਣੀ ਵਿਵੇਕ ਦੀ ਵਰਤੋਂ ਕਰਦੇ ਹੋਏ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਚੁਣ ਸਕਦਾ ਵਾ। ਉਹ ਇੱਕ ਮੰਤਰੀ ਸੰਸਦ ਦੇ ਕਿਸੇ ਵੀ ਸਦਨ ਦਾ, ਈਦਰ ਹਾਊਸ ਆਫ ਦਾ ਪਾਰਲੀਮੈਂਟ, ਜ਼ਰੂਰੀ ਨਹੀਂਗਾ ਕਿ ਉਹ ਵਾਲਾ ਜਿਹੜਾ ਮਿਨਿਸਟਰ ਹੋਵੇ, ਜਿਹੜਾ ਉਹ ਵਾਲਾ ਮੰਤਰੀ ਪਦ ਉਹ ਹੋਵੇ। ਠੀਕ ਹੈ ਜੀ, ਪ੍ਰਧਾਨ ਮੰਤਰੀ ਚੁਣਿਆ ਰਾਸ਼ਟਰਪਤੀ ਨੇ, ਜ਼ਰੂਰੀ ਨਹੀਂ ਕਿ ਉਹ ਲੋਕ ਸਭਾ ਦਾ ਮੈਂਬਰ ਹੀ ਹੋਊਗਾ ਉਸ ਟਾਈਮ ਦੇ ਉੱਤੇ, ਉਹ ਰਾਜ ਸਭਾ ਦਾ ਮੈਂਬਰ ਵੀ ਹੋ ਸਕਦਾ। ਠੀਕ ਹੈ ਜੀ, ਹੁਣ ਜੇ ਆਪਣੀ ਵਿਵੇਕ ਦੀ ਵਰਤੋਂ ਕਰਦੇ ਆ, ਹੁਣ ਇਹ ਜਿਹੜੀ ਪਾਵਰ ਦੀ ਜਿਹੜੀ ਵਰਤੋਂ ਕੀਤੀ ਸੀਗੀ ਆਪਣੇ ਦੂਜੇ ਨੇ ਰਾਸ਼ਟਰਪਤੀ ਨੇ ਕੀਤੀ ਸੀ, ਇਹਦੀ ਵਰਤੋਂ ਕੀਤੀ ਸੀ ਜੀ ਰਾਸ਼ਟਰਪਤੀ ਨੇ ਪਹਿਲੀ ਵਾਰ 1979 ਦੇ ਵਿੱਚ ਲਾਗੂ ਕੀਤੀ ਗਈ ਸੀ। ਠੀਕ ਹੈ, ਜਿਹਦੇ ਵਿੱਚ ਕਿ ਡਾਕਟਰ ਨੀਲਮਾ ਸੰਜੀਵ ਰੈਡੀ ਸੀ ਜਿਹੜੇ, ਉਹਨੇ ਜਨਤਾ ਪਾਰਟੀ ਦੇ ਪਤਨ ਤੋਂ ਬਾਅਦ, ਜਦੋਂ ਜਨਤਾ ਪਾਰਟੀ ਉਸ ਟਾਈਮ ਦੇ ਉੱਤੇ ਪਤਨ ਹੋ ਗਿਆ ਸੀ, ਠੀਕ ਹੈ ਉਹਨਾਂ ਦਾ, ਠੀਕ ਹੈ, ਕੋਲੈਪਸ ਹੋ ਗਈ ਸੀਗੀ ਆਪਣੀ ਪਾਰਟੀ, ਤਾਂ ਉਸ ਤੋਂ ਬਾਅਦ ਚਰਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ। ਠੀਕ ਹੈ ਜੀ, ਹੁਣ ਇਹ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਇੰਨਾ ਕੁ ਤੁਹਾਨੂੰ ਕੁਐਸਚਨ ਦੇ ਵਿੱਚ ਬਣ ਸਕਦਾ ਵਾ। ਠੀਕ ਹੈ ਜੀ, ਪਹਿਲੀ ਵਾਰ ਵਿਵੇਕ ਦੀ ਵਰਤੋਂ ਰਾਸ਼ਟਰਪਤੀ ਨੇ ਕਦੋਂ ਕੀਤੀ ਸੀ? 1979 ਦੇ ਵਿੱਚ। ਹੁਣ ਜੀ 3 ਪ੍ਰਧਾਨ ਮੰਤਰੀ ਹੁਣ ਦੇਖੋ ਜੀ, ਇੱਕ ਹੋਰ ਅੱਜ ਕਿ ਆਪਾਂ ਦੇਖਿਆ ਕਿ ਵੈਸੇ ਤਾਂ ਜ਼ਿਆਦਾਤਰ ਲੋਕ ਸਭਾ ਦੇ ਵਿੱਚ ਜਿਹੜਾ ਮੇਜੋਰਟੀ ਲੈ ਕੇ, ਲੋਕ ਸਭਾ ਦੀ ਪਾਰਟੀ ਜਿਹੜੀ ਮੇਜੋਰਟੀ ਲੈ ਕੇ ਆਉਂਦੀ ਆ, ਠੀਕ ਆ ਜੀ, ਚੋਣਾਂ ਤੋਂ ਬਾਅਦ ਆਮ ਤੌਰ 'ਤੇ ਜਿਹੜਾ ਉਹਦਾ ਲੀਡਰ ਹੁੰਦਾ, ਉਹਨਾਂ ਦਾ ਲੀਡਰ ਚੁਣਿਆ ਜਾਂਦਾ ਲੋਕ ਸਭਾ ਦਾ। ਠੀਕ ਆ, ਆਮ ਤੌਰ ਦੇ ਉੱਤੇ ਉਹੀ ਪ੍ਰਧਾਨ ਮੰਤਰੀ ਹੁੰਦਾ ਜ਼ਿਆਦਾਤਰ, ਮੋਸਟ ਆਫ ਦੇ, ਬਟ ਜ਼ਰੂਰੀ ਨਹੀਂ। 3 ਪ੍ਰਾਈਮ ਮਿਨਿਸਟਰ ਇਹੋ ਜਿਹੇ ਨੇ ਜਿਹੜੇ ਕਿ ਉਸ ਟਾਈਮ ਦੇ ਉੱਤੇ ਰਾਜ ਸਭਾ ਦੇ ਮੈਂਬਰ ਸੀ। ਠੀਕ ਹੈ ਜੀ, ਰਾਜ ਸਭਾ ਦੇ ਮੈਂਬਰ ਸੀ ਉਸ ਟਾਈਮ। ਇੱਕ ਤਾਂ ਇੰਦਰਾ ਗਾਂਧੀ ਜਦੋਂ 1966 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ, ਤੇ ਉਸ ਟਾਈਮ ਦੇ ਉੱਤੇ, ਠੀਕ ਆ, ਇੱਕ ਦੇਵਗੌੜਾ, ਠੀਕ ਆ, ਦੇਵੇਗੌੜਾ 1996 ਦੇ ਵਿੱਚ, ਉਹ ਵੀ ਰਾਜ ਸਭਾ ਦੇ ਮੈਂਬਰ ਸੀ। ਆਪਣੇ ਡਾਕਟਰ ਮਨਮੋਹਨ ਸਿੰਘ 2004 ਦੇ ਵਿੱਚ, ਉਹ ਵੀ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹ ਵੀ ਰਾਜ ਸਭਾ ਦੇ ਮੈਂਬਰ ਸੀ। ਹੁਣ ਪ੍ਰਧਾਨ ਮੰਤਰੀ ਦੀ ਮਿਆਦ ਕੀ ਹੁੰਦੀ ਆ? ਉਹ ਕਹਿੰਦਾ ਜੀ ਸਮਾਂ ਸਥਿਰ ਨਹੀਂ ਹੁੰਦਾ, ਇਹਦੀ ਕੋਈ ਮਿਆਦ ਨਹੀਂ ਹੁੰਦੀ, ਟਰਮ ਨਹੀਂ ਹੁੰਦੀ। ਪ੍ਰਧਾਨ ਮੰਤਰੀ ਦੀ ਕੋਈ ਮਿਆਦ ਨਹੀਂ ਹੁੰਦੀ, ਠੀਕ ਆ, ਟਰਮ ਦੀ। ਅਗਰ ਆਪਾਂ ਗੱਲ ਕਰੀਏ ਲੋਕ ਸਭਾ ਦੇ ਜਿਹੜੇ ਹੁੰਦੇ ਨੇ ਆਪਣੇ ਕੈਂਡੀਡੇਟ ਹੁੰਦੇ ਨੇ, ਠੀਕ ਆ, ਲੋਕ ਸਭਾ ਦੇ ਜਿਹੜੇ MP ਹੁੰਦੇ ਆ, ਉਹਨਾਂ ਦੀ ਮਿਆਦ ਹੁੰਦੀ ਆ ਜਦੋਂ ਤੱਕ ਉਹਨਾਂ ਨੂੰ ਬਹੁਮਤ ਮਿਲਦਾ। ਹੁਣ ਉਹ ਕਹਿੰਦੇ ਜਦੋਂ ਪ੍ਰਧਾਨ ਮੰਤਰੀ ਅਹੁਦੇ ਸੰਭਾਲਦੇ ਨੇ, ਤਾਂ ਜਦੋਂ ਤੱਕ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਵਿੱਚ ਬਹੁਮਤ ਦਾ ਸਮਰਥਨ ਹਾਸਲ ਆ, ਜਦੋਂ ਤੱਕ ਪ੍ਰਧਾਨ ਮੰਤਰੀ ਨੂੰ ਬਹੁਮਤ ਹਾਸਲ ਆ ਲੋਕ ਸਭਾ 'ਚ, ਉਹ ਰਾਸ਼ਟਰਪਤੀ ਦੁਆਰਾ ਹਟਾਇਆ ਨਹੀਂ ਜਾ ਸਕਦਾ। ਠੀਕ ਹੈ, ਉਹ ਗੱਲ ਹੋਰ ਆ ਕਿ ਜਦੋਂ ਚੋਣਾਂ 5 ਸਾਲ ਬਾਅਦ ਆਪਣੀਆਂ ਲੋਕ ਸਭਾ ਦੀਆਂ ਹੁੰਦੀਆਂ ਨੇ, ਤਾਂ ਉਹਦੇ ਵਿੱਚ ਅਗਰ ਹਾਰ ਜਾਂਦੀ ਹੈ ਇੱਕ, ਜਿੱਦਾਂ ਭਾਰਤੀ ਜਨਤਾ ਪਾਰਟੀ ਅਗਲੀ ਵਾਰ ਹਾਰ ਜਾਏਗੀ, ਤਾਂ ਉਦੋਂ ਤੋਂ ਹਟਣਾ ਹੀ ਹਟਣਾ ਵਾ। ਅਦਰਵਾਈਜ਼ ਜਿੱਦਾਂ ਹੁਣ ਪਿਛਲੀ ਵਾਰ ਨਰਿੰਦਰ ਮੋਦੀ ਬਣਿਆ ਸੀ, ਤੇ ਉਸ ਤੋਂ ਬਾਅਦ 2019 ਦੇ ਵਿੱਚ ਦੁਬਾਰਾ ਫਿਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਹੋ ਗਿਆ ਸੀ। ਠੀਕ ਆ, ਸੋ ਉਹ ਇਹਦਾ ਮਤਲਬ ਇਹੀ ਹੈ ਕਿ ਜ਼ਰੂਰੀ ਇਹਦਾ ਕਾਰਜਕਾਲ ਦੀ ਕੋਈ ਮਿਆਦ ਨਹੀਂ ਹੁੰਦੀ। ਆਪਾਂ ਨੂੰ ਪੇਪਰ 'ਚ ਕੁਐਸਚਨ ਆ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੀ ਮਿਆਦ ਹੁੰਦੀ ਜਾਂ ਨਹੀਂ ਹੁੰਦੀ। ਠੀਕ ਆ, ਲੋਕ ਸਭਾ ਦੇ ਮੈਂਬਰ ਦੀ ਅਗਰ ਆਪਾਂ ਗੱਲ ਕਰੀਏ, ਅੱਗੇ ਆਪਾਂ ਲੋਕ ਸਭਾ, ਰਾਜ ਸਭਾ, ਪਾਰਲੀਮੈਂਟ ਅਗਲੀ ਕਲਾਸ ਦੇ ਵਿੱਚ ਕਰਾਂਗੇ, ਉਹਦੇ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਪਸ਼ਟ ਹੋ ਜਾਊਗਾ ਕਿ ਜਿਹੜਾ ਆਪਣਾ ਪਾਰਲੀਮੈਂਟ ਸਿਸਟਮ ਆ, ਜਾਂ ਆਪਣਾ ਜਿਹੜਾ ਪੋਲੀਟੀਕਲ ਦੇ ਵਿੱਚ ਜਿਹੜੇ ਐਗਜ਼ੀਕਿਊਟਿਵ ਆ, ਉਹ ਕਿੱਦਾਂ ਵਰਕ ਕਰਦੇ ਨੇ। ਠੀਕ ਹੈ ਜੀ, ਸੋ ਉਹਦੇ ਵਿੱਚ ਕਿਹੜੇ ਹੁਣ ਅਜੇ ਆਪਾਂ ਜ਼ਿਆਦਾ ਐਕਸਪਲੇਨ ਕਰਾਂਗੇ ਤਾਂ ਉਹਦੇ ਨਾਲ ਤੁਹਾਡੀ ਵੀ ਕਨਫਿਊਜ਼ਨ ਬਣੇਗੀ। ਅਜੇ ਆਪਾਂ ਜੋ ਟੌਪਿਕ ਕਰ ਰਹੇ ਹਾਂ ਸਿਰਫ ਤੇ ਸਿਰਫ ਉਹੀ ਕਰਨਾ। ਠੀਕ ਹੈ ਜੀ, ਪੇਪਰ ਦੇ ਪੁਆਇੰਟ ਆਫ ਵਿਊ ਨਾ ਕਰਨਾ। ਹੁਣ ਉਹ ਕਹਿੰਦੇ ਆ ਜੀ ਅੱਗੇ, ਉਹ ਕਹਿੰਦਾ ਠੀਕ ਹੈ ਜੀ, ਹੁਣ ਆਪਾਂ ਕਰਤਾ ਤੇ ਰਾਸ਼ਟਰਪਤੀ ਦੇ ਪਲੇਜ਼ਰ ਦੇ ਨਾਲ ਉਹ ਕਰਦਾ, ਉਹਨੂੰ ਰਾਸ਼ਟਰਪਤੀ ਦੁਆਰਾ ਉਹਨੂੰ ਨਹੀਂ ਹਟਾਇਆ ਨਹੀਂ ਸਕਦਾ ਰਾਸ਼ਟਰਪਤੀ, ਅਗਰ ਜਦੋਂ ਤੱਕ ਉਹਨੂੰ ਲੋਕ ਸਭਾ 'ਚ ਬਹੁਮਤ ਦਾ ਸਮਰਥਨ ਹਾਸਲ ਆ। ਠੀਕ ਹੈ ਜੀ, ਪ੍ਰਧਾਨ ਮੰਤਰੀ ਤਨਖਾਹ ਉਹ ਕਹਿੰਦੇ ਸਮੇਂ-ਸਮੇਂ 'ਤੇ ਸੰਸਦ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ, ਉਹਨੂੰ ਤਨਖਾਹ ਮਿਲਦੀ ਹੈ ਤੇ ਭੱਤੇ ਜੋ ਕਿ ਇੱਕ MP ਨੂੰ ਦੇਣ ਯੋਗ ਹੁੰਦੇ ਨੇ। ਠੀਕ ਹੈ ਜੀ, ਇਹ ਹਾਲ ਹੈ। ਹੁਣ ਇਹਦੇ ਵਿੱਚ ਇੱਕ ਹੋਰ ਹੁੰਦਾ ਨਾ, ਆਪਾਂ ਨੂੰ ਇਹਦੇ ਵਿੱਚ ਮੈਂ ਐਡ ਕਰਨਾ ਭੁੱਲ ਗਿਆ, ਇਹਦੇ ਵਿੱਚ ਹੁੰਦਾ ਕਿ ਪ੍ਰਧਾਨ ਮੰਤਰੀ ਦੀ ਉਮਰ ਕਿੰਨੀ ਹੁੰਦੀ ਆ ਘੱਟੋ ਘੱਟ। ਇਹਦੇ ਤੌਰ 'ਤੇ ਸਪਸ਼ਟ ਨਹੀਂ ਲਿਖਿਆ, ਕਿਉਂਕਿ ਆਪਾਂ ਦੇਖਿਆ ਕਿ ਲੋਕ ਸਭਾ ਦਾ ਮੈਂਬਰ ਵੀ ਹੋ ਸਕਦਾ ਵਾ ਤੇ ਰਾਜ ਸਭਾ ਦਾ ਮੈਂਬਰ ਵੀ ਹੋ ਸਕਦਾ। ਵੱਧ ਤੋਂ ਵੱਧ ਜਿੰਨੀ ਮਰਜ਼ੀ ਉਮਰ ਹੋਵੇ, ਵੱਧ ਤੋਂ ਵੱਧ ਦੀ ਕੋਈ ਮਿਆਦ ਨਹੀਂ ਗੀ। ਘੱਟ ਤੋਂ ਘੱਟ ਅਗਰ ਪ੍ਰਧਾਨ ਮੰਤਰੀ ਦੀ ਏਜ, ਜਿੱਦਾਂ ਕਿ ਜੇਕਰ ਉਹ ਲੋਕ ਸਭਾ ਦਾ ਮੈਂਬਰ ਆ ਤਾਂ ਉਹਦੀ ਘੱਟ ਤੋਂ ਘੱਟ ਏਜ 25 ਸਾਲ ਹੋਣੀ ਚਾਹੀਦੀ ਆ। ਜੇਕਰ ਉਹ ਪ੍ਰਧਾਨ ਮੰਤਰੀ ਬਣਨ ਲਈ ਜਦੋਂ ਉਹ ਯੋਗ ਆ, ਜੇਕਰ ਉਹ ਰਾਜ ਸਭਾ ਦਾ ਮੈਂਬਰ ਆ ਤਾਂ ਉਹਦੀ ਏਜ ਜਿਹੜੀ ਘੱਟ ਤੋਂ ਘੱਟ ਰਾਜ ਸਭਾ ਦੇ ਮੈਂਬਰ ਦੀ ਹੁੰਦੀ ਆ 30 ਸਾਲ। ਠੀਕ ਹੈ ਜੀ, ਦੈਨ ਇਹ ਆ। ਠੀਕ ਹੈ, ਇਹ ਇੰਪੋਰਟੈਂਟ ਪੁਆਇੰਟ ਆ, ਅੱਗੇ ਮੈਂ MCQ ਦੇ ਵਿੱਚ ਐਡ ਕੀਤਾ ਹੋਇਆ, ਵੈਸੇ ਇਹਦੇ ਵਿੱਚ ਐਡ ਨਹੀਂ ਹੋਇਆ ਹੋਇਆ। ਠੀਕ ਹੈ ਜੀ, ਹੁਣ ਤਨਖਾਹ ਆਪਾਂ ਕਰ ਲਾ। ਠੀਕ ਹੈ, ਇਹਦੀ ਤਨਖਾਹ ਜਿਹੜੇ ਭੱਤੇ ਇੱਕ MP ਨੂੰ ਮਿਲਦੇ ਨੇ ਉਹੀ ਇਹਨੂੰ ਮਿਲਦੇ ਆ। ਠੀਕ ਹੈ ਜੀ, ਨੈਕਸਟ ਅਗਰ ਆਪਾਂ ਗੱਲ ਕਰੀਏ ਅਸਤੀਫਾ, ਹੁਣ ਆਹ ਮੋਸਟ ਇੰਪੋਰਟੈਂਟ ਹੁੰਦਾ ਵਾ ਕਿ ਪ੍ਰਾਈਮ ਮਿਨਿਸਟਰ ਆਪਦਾ ਅਸਤੀਫਾ ਕਿਹਨੂੰ ਸੌਂਪਦੇ ਆ? ਉਹ ਰਾਸ਼ਟਰਪਤੀ ਨੂੰ ਸੌਂਪਦੇ ਆ। ਠੀਕ ਆ, ਜਦੋਂ ਪ੍ਰਧਾਨ ਮੰਤਰੀ ਅਸਤੀਫਾ ਦਿੰਦੇ ਨੇ ਜਾਂ ਬਾਈ ਚਾਂਸ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਸਾਰਾ ਮੰਤਰੀ ਮੰਡਲ ਭੰਗ ਹੋ ਜਾਂਦਾ। ਇਹ ਮੋਸਟ ਇੰਪੋਰਟੈਂਟ ਕੁਐਸਚਨ ਆ ਕਿ ਜੇਕਰ ਅਗਰ ਗੱਲ ਕਰੋ ਪ੍ਰਧਾਨ ਮੰਤਰੀ ਅਸਤੀਫਾ ਦੇ ਦੇਵੇ ਜਾਂ ਪ੍ਰਧਾਨ ਮੰਤਰੀ ਦੀ ਮੌਤ ਹੋ ਜਾਂਦੀ ਹੈ ਤਾਂ ਸਾਰਾ ਦਾ ਸਾਰਾ ਜਿਹੜਾ ਉਸ ਟਾਈਮ ਦੇ ਉੱਤੇ ਮੇਜੋਰਟੀ ਦੇ ਵਿੱਚ ਮੰਤਰੀ ਮੰਡਲ ਹੁੰਦਾ ਉਹ ਸਾਰਾ ਦਾ ਸਾਰਾ ਭੰਗ ਹੋ ਜਾਂਦਾ। ਠੀਕ ਹੈ ਜੀ, ਸੋ ਲੋਕ ਸਭਾ ਜਿੱਦਾਂ ਆਪਾਂ ਕਹਿੰਦੇ ਨੇ ਕਿ ਡਿਜ਼ੋਲਵ ਹੋ ਗਈ ਲੋਕ ਸਭਾ। ਠੀਕ ਹੈ ਜੀ, ਹੁਣ ਜੀ ਪ੍ਰਧਾਨ ਮੰਤਰੀ ਦਾ ਕੰਮ ਕਿਹੜੇ ਹੁੰਦੇ ਆ? ਉਹ ਕਹਿੰਦੇ ਜੀ ਫੰਕਸ਼ਨ ਹੁੰਦੇ ਨੇ ਪ੍ਰਧਾਨ ਮੰਤਰੀ ਦੇ। ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਉਹਨਾਂ ਮੈਂਬਰਾਂ ਬਾਰੇ ਸਿਫਾਰਿਸ਼ ਕਰਦਾ ਜਿਨ੍ਹਾਂ ਨੂੰ ਮੰਤਰੀ ਨਿਯੁਕਤ ਕਰਦਾ। ਠੀਕ ਹੈ, ਯਾਨੀ ਕਿ ਰਾਸ਼ਟਰਪਤੀ। ਠੀਕ ਹੈ ਜੀ, ਅਪਾਇੰਟਡ ਐਜ਼ ਦਾ ਮਿਨਿਸਟਰ, ਜਿਹਨੂੰ ਕਿ ਰਾਸ਼ਟਰਪਤੀ ਮੰਤਰੀ ਨਿਯੁਕਤ ਕਰਦਾ। ਹੁਣ ਰਾਸ਼ਟਰਪਤੀ ਸਿਰਫ ਉਹਨਾਂ ਵਿਅਕਤੀਆਂ ਨੂੰ ਹੀ ਮੰਤਰੀ ਨਿਯੁਕਤ ਕਰਦਾ ਹੈ ਜਿਨ੍ਹਾਂ ਦੀ ਪ੍ਰਧਾਨ ਮੰਤਰੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ। ਹੁਣ ਦੇਖੋ, ਅਗਰ ਆਪਾਂ ਗੱਲ ਕਰੀਏ
ਤਾਂ ਜਿਹੜੇ ਪ੍ਰਧਾਨ ਮੰਤਰੀ ਆ ਲੋਕ ਸਭਾ ਦੇ ਵਿੱਚ ਬਹੁਮਤ ਲੈ ਕੇ ਆਇਆ ਵਾ, ਚਾਹੇ ਉਹ ਲੋਕ ਸਭਾ ਦਾ ਮੈਂਬਰ ਆ ਚਾਹੇ ਉਹ ਰਾਜ ਸਭਾ ਦਾ ਵੀ ਮੈਂਬਰ ਸੀ, ਜਿਹੜਾ ਆਪਾਂ ਪੜ੍ਹਿਆ ਵੀ ਆ ਆਪਾਂ, ਠੀਕ ਆ। ਅਗਰ ਆਪਾਂ ਲੋਕ ਸਭਾ ਦਾ ਚਲੋ ਆਪਾਂ ਲੈ ਕੇ ਦੇਖ ਰਹੇ ਹਾਂ, ਠੀਕ ਆ। ਲੋਕ ਸਭਾ ਦਾ ਮੈਂਬਰ ਅਗਰ ਆਪਾਂ ਗੱਲ ਕਰੀਏ, ਲੋਕ ਸਭਾ ਦੇ ਮੈਂਬਰ ਦੀ ਨਿਯੁਕਤੀ ਹੋ ਗਈ, ਠੀਕ ਹੈ ਜੀ। ਲੋਕ ਸਭਾ ਦੇ ਮੈਂਬਰ ਦਾ ਜਿਹੜਾ ਹੈੱਡ ਸੀਗਾ ਉਹਨੂੰ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਬਣਾਤਾ। ਹੁਣ ਉਸ ਤੋਂ ਬਾਅਦ ਅਗਰ ਮਿਨਿਸਟਰ ਬਣਦਾ ਵਾ ਨਾ, ਜਾਂ ਉਹਦੇ ਨਾਲ ਦੇ ਮਿਨਿਸਟਰ ਹੁੰਦੇ ਆ ਜਾਂ ਕੌਂਸਲ ਆਫ ਮਿਨਿਸਟਰ ਹੋ ਗਏ, ਠੀਕ ਆ। ਸੋ ਉਹਦੇ ਵਿੱਚ ਵੀ ਰਾਸ਼ਟਰਪਤੀ ਉਸਨੂੰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਨਿਯੁਕਤ ਕਰੂਗਾ। ਜਾਣੀ ਕਿ ਪ੍ਰਧਾਨ ਮੰਤਰੀ ਇੱਕ ਲਿਸਟ ਭੇਜੂਗਾ। ਸਲਾਹ ਦਾ ਮਤਲਬ ਇਹ ਨਹੀਂ ਕਿ ਉਹ ਸਲਾਹ ਲਊਗਾ ਰਾਸ਼ਟਰਪਤੀ ਵੀ ਇਹਨੂੰ ਕਰ ਦਈਏ ਇਹਨੂੰ ਆਪਣੇ ਕੈਬਨਿਟ ਮੰਤਰਾਲਾ ਦੇ ਦਈਏ, ਇਹਨੂੰ ਦੇ ਦਈਏ, ਇਹ ਨਹੀਂ, ਠੀਕ ਹੈ ਜੀ। ਪ੍ਰਧਾਨ ਮੰਤਰੀ ਨਾਮ ਸੁਜੈਸਟ ਕਰੂਗਾ ਅਤੇ ਫਿਰ ਉਹਨੂੰ ਉਹਦੇ ਉੱਤੇ ਸਾਈਨ ਸਿਰਫ ਪ੍ਰੈਜ਼ੀਡੈਂਟ ਦੇ ਹੋਣਗੇ, ਬਸ ਇੰਨੀ ਗੱਲ ਆ, ਹੋਰ ਕੁਛ ਨਹੀਂ ਗਾ, ਠੀਕ ਹੈ ਜੀ। ਹੁਣ ਅਗਰ ਆਪਾਂ ਗੱਲ ਕਰੀਏ ਪ੍ਰਧਾਨ ਮੰਤਰੀ, ਇਸ ਲਈ ਆਪਾਂ ਕਹਿੰਦੇ ਹਾਂ ਜਿਹੜੀ ਪ੍ਰਧਾਨ ਮੰਤਰੀ ਆ ਰਾਸ਼ਟਰਪਤੀ ਆ ਉਹ ਕਾਰਜਕਾਰੀ ਵਾ, ਠੀਕ ਹੈ ਜੀ। ਸੀਗਾ ਨਾਮ ਮਾਤਰ ਦਾ ਮੁਖੀ ਕਹਿ ਦਿੰਦੇ ਆਪਣਾ, ਬਟ ਅਸਲੀ ਜਿਹੜੀ ਕਾਰਜਕਾਰੀ ਅਥਾਰਟੀ ਆ ਉਹ ਪ੍ਰਧਾਨ ਮੰਤਰੀ ਦੇ ਹੱਥ ਦੇ ਵਿੱਚ ਹੀ ਆ, ਠੀਕ ਹੈ ਜੀ। ਤਾਂ ਹੀ ਆਪਾਂ ਕਹਿੰਦੇ ਹਾਂ ਹੈੱਡ ਆਫ ਦੀ ਗਵਰਨਮੈਂਟ ਕੌਣ ਆ? ਪ੍ਰਧਾਨ ਮੰਤਰੀ। ਹੁਣ ਜੀ ਪ੍ਰਧਾਨ ਮੰਤਰੀ ਕਹਿੰਦਾ ਜੀ ਪ੍ਰਧਾਨ ਮੰਤਰੀ ਮੰਤਰੀਆਂ ਵਿਚਕਾਰ ਜਦੋਂ ਵੱਖ-ਵੱਖ ਵਿਭਾਗਾਂ ਦੀ ਵੰਡ ਕਰਦੇ ਨੇ ਤਾਂ ਪ੍ਰਧਾਨ ਮੰਤਰੀ ਪੋਰਟਫੋਲੀਓ ਵਿੱਚ ਫੇਰਬਦਲ ਕਰਦੇ ਨੇ। ਯਾਨੀ ਕਿ ਜਿਹੜਾ ਪ੍ਰਧਾਨ ਮੰਤਰੀ ਉਹੀ ਵੱਖ-ਵੱਖ ਵਿਭਾਗਾਂ ਦੀ ਵੰਡ ਕਰਦੇ ਨੇ ਅਤੇ ਉਹਦੇ ਵਿੱਚ ਹੀ ਉਹ ਪੋਰਟਫੋਲੀਓ ਦਿੰਦੇ ਆ ਕਿ ਇਹਨੂੰ ਆਹ ਮਿਨਿਸਟਰੀ ਦਿੱਤੀ ਜਾਊਗੀ, ਉਹਨੂੰ ਆਹ ਮਿਨਿਸਟਰੀ ਦਿੱਤੀ ਜਾਏਗੀ, ਠੀਕ ਹੈ ਜੀ। ਅੱਗੇ ਆ ਗਿਆ ਜੀ ਪ੍ਰਧਾਨ ਮੰਤਰੀ ਨੇ ਇੱਕ ਮੰਤਰੀ ਨੂੰ ਅਸਤੀਫਾ ਦੇਣ, ਮੰਨ ਲਓ ਪ੍ਰਧਾਨ ਮੰਤਰੀ ਕਹਿ ਦੇਵੇ ਕਿ ਇਹਨੂੰ ਅਸਤੀਫਾ ਦੇਣ ਲਈ ਕਹਿ ਤਾ, ਠੀਕ ਆ। ਤਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਮੰਤਰੀ ਨੂੰ ਹਟਾਉਣ ਲਈ ਸਲਾਹ ਦਿੰਦਾ ਹੈ। ਮਤਲਬ ਕਿ ਜੇਕਰ ਉਹ ਵੀ ਹਟਾਏਗਾ ਪ੍ਰੈਜ਼ੀਡੈਂਟ ਹੀ, ਵੈਸੇ ਐਕਚੁਅਲ ਦੇ ਵਿੱਚ ਪ੍ਰਧਾਨ ਮੰਤਰੀ ਕਹੇਗਾ ਕਿ ਤੁਸੀਂ ਅਸਤੀਫਾ ਦੇ ਦਿਓ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਰਾਸ਼ਟਰਪਤੀ ਉਹਨੂੰ ਹਟਾ ਸਕਦਾ ਵਾ। ਅਗਰ ਆਪਾਂ ਗੱਲ ਕਰੀਏ ਪ੍ਰਧਾਨ ਮੰਤਰੀ ਮੰਡਲ ਦੀ ਮੀਟਿੰਗ ਦੀ, ਜਿਹੜੀ ਕੌਂਸਲ ਆਫ ਮਿਨਿਸਟਰਸ ਦੀ ਜਿਹੜੀ ਮੀਟਿੰਗ ਹੁੰਦੀ ਆ ਉਹਦੀ ਪ੍ਰਧਾਨਗੀ ਵੀ ਪ੍ਰਧਾਨ ਮੰਤਰੀ ਕਰਦੇ ਨੇ। ਪ੍ਰਧਾਨ ਮੰਤਰੀ ਜਿਹੜਾ ਮੰਤਰੀ ਮੰਡਲ ਹੋ ਗਿਆ, ਠੀਕ ਆ ਜੀ, ਅਤੇ ਰਾਸ਼ਟਰਪਤੀ ਵਿਚਕਾਰ ਸੰਚਾਰ ਦਾ ਜਿਹੜੀ ਕਮਿਊਨੀਕੇਸ਼ਨ ਹੁੰਦੀ ਆ ਰਾਸ਼ਟਰਪਤੀ ਦੇ ਮੰਤਰੀ ਮੰਡਲ ਦੇ ਵਿੱਚ, ਉਹਦਾ ਪ੍ਰਮੁੱਖ ਮਤਲਬ ਕਿ ਪ੍ਰਿੰਸੀਪਲ ਚੈਨਲ ਦਾ ਮਤਲਬ ਇੱਦਾਂ ਕਿ ਪ੍ਰਾਈਮ ਮਿਨਿਸਟਰ ਉਹਨੂੰ ਹੈੱਡ ਕਰਦਾ ਵਾ, ਠੀਕ ਆ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਨੈਕਸਟ ਆ ਗਿਆ ਸਾਡਾ ਹੁਣ ਜੀ ਆਹ ਮੋਸਟ ਇੰਪੋਰਟੈਂਟ ਬਣਦਾ ਵਾ, ਇਹਨੂੰ ਤੁਸੀਂ ਕਰ ਲੈਣਾ। ਇਹਦੇ ਵਿੱਚ ਕਈ ਵਾਰ ਨਾ ਐਗਜ਼ਾਮੀਨਰ ਕੁਐਸਚਨ ਘੁਮਾ ਕੇ ਪੁੱਛ ਦਿੰਦਾ ਸਾਨੂੰ ਆਪਸ਼ਨ ਦੇ ਵਿੱਚ, ਇਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਪੁੱਛ ਸਕਦਾ ਵਾ। ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕਹਿੰਦਾ ਜੀ ਹੁਣ ਪ੍ਰਧਾਨ ਮੰਤਰੀ ਜਿਹੜਾ ਹੁੰਦਾ ਉਹ ਅਟਾਰਨੀ ਅਟਾਰਨੀ ਜਨਰਲ ਹੁੰਦਾ, ਠੀਕ ਆ ਆਪਣਾ, ਉਹਦੀ ਨਿਯੁਕਤੀ ਦੇ ਸੰਬੰਧ ਵਿੱਚ ਰਾਸ਼ਟਰਪਤੀ ਨੂੰ ਸਲਾਹ ਦਿੰਦੇ ਨੇ, ਠੀਕ ਆ ਜੀ। UPSC ਦਾ ਜਿਹੜਾ ਚੇਅਰਮੈਨ ਹੁੰਦਾ ਅਤੇ ਮੈਂਬਰ ਹੁੰਦੇ ਆ ਉਹਦੀ ਸਲਾਹ ਵੀ ਪ੍ਰਧਾਨ ਮੰਤਰੀ ਦਿੰਦਾ। ਕੰਪਟਰੋਲਰ ਅਤੇ ਆਡੀਟਰ ਜਨਰਲ ਜਿਹੜਾ ਹੁੰਦਾ ਆਪਣਾ ਉਹਦੀ ਵੀ ਸਲਾਹ ਦਿੰਦਾ। ਮੁੱਖ ਚੋਣ ਕਮਿਸ਼ਨ ਅਤੇ ਹੋਰ ਚੋਣ ਕਮਿਸ਼ਨਰ ਉਹਨਾਂ ਦੀ ਸਲਾਹ ਵੀ ਦਿੰਦਾ। ਚੇਅਰਮੈਨ ਅਤੇ ਵਿੱਤ ਕਮਿਸ਼ਨ ਦੇ ਮੈਂਬਰ, ਜਿੱਦਾਂ ਫਾਈਨੈਂਸ ਕਮਿਸ਼ਨ ਦੇ ਮੈਂਬਰ ਹੋ ਗਏ, ਜਿਹੜੇ ਮੇਨ ਜਾਣੀ ਕਿ ਬੋਡੀਜ਼ ਅਪਾਇੰਟ ਹੁੰਦੀ ਆ, ਉਹਦੀ ਸਲਾਹ ਵੀ ਅਗਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਦਿੰਦਾ ਰਾਸ਼ਟਰਪਤੀ ਨੂੰ। ਆਪਾਂ ਪੜ੍ਹਦੇ ਆ ਨਾ ਕਿ ਇਹਨਾਂ ਨੂੰ ਅਪਾਇੰਟ ਕੌਣ ਕਰਦਾ, ਅਪਾਇੰਟ ਅਗਰ ਆਪਾਂ ਨੂੰ ਲਿਖਿਆ ਹੋਇਆ ਹੈ ਨਾ ਅਪਾਇੰਟ ਕੌਣ ਕਰਦਾ ਤਾਂ ਰਾਸ਼ਟਰਪਤੀ ਉਹ ਕਰੇਗਾ। ਅਗਰ ਆਪਾਂ ਨੂੰ ਕੁਐਸਚਨ ਦੇ ਵਿੱਚ ਇਹ ਵਾਲੀ ਲਾਈਨ ਦਿੱਤੀ ਹੋਈ ਕਿ ਪ੍ਰਧਾਨ, ਮੰਨ ਲਓ ਆਪਾਂ ਨੂੰ ਇੱਕ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਉਹਨਾਂ ਨੇ ਕਿ ਰਾਸ਼ਟਰਪਤੀ ਮੰਨ ਲਓ ਅਟਾਰਨੀ ਜਨਰਲ ਨੂੰ ਅਪਾਇੰਟ ਕਰਦਾ ਵਾ ਪ੍ਰਧਾਨ ਮੰਤਰੀ ਦੀ ਸਲਾਹ 'ਤੇ, ਤਾਂ ਬਿਲਕੁਲ ਸਹੀ ਹੋਏਗਾ, ਠੀਕ ਹੈ ਜੀ। ਸੋ ਇਹ ਤੁਸੀਂ ਕਰ ਲੈਣਾ ਵਾ, ਠੀਕ ਹੈ ਜੀ। ਸੋ ਘੁਮਾ ਕੇ ਪੁੱਛ ਸਕਦਾ। ਅਗਰ ਸਿੰਪਲ ਅਪਾਇੰਟ ਪੁੱਛਿਆ ਤਾਂ ਰਾਸ਼ਟਰਪਤੀ ਹੋਈ ਆਊਗਾ, ਠੀਕ ਹੈ। ਰਾਸ਼ਟਰਪਤੀ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਵਾ। ਜੇਕਰ ਆਪਾਂ ਨੂੰ ਉਹਦੇ ਵਿੱਚ ਲਾਈਨ ਦਿੱਤੀ ਹੋਈ ਹੈ ਕਿ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਕਰਦਾ, ਬਿਲਕੁਲ ਸਹੀ ਹੋਊਗੀ, ਉਹ ਆਪਸ਼ਨ ਤੁਸੀਂ ਗਲਤ ਨਹੀਂ ਕਰਕੇ ਆਉਣੀ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਹੁਣ ਜੀ ਪ੍ਰਧਾਨ ਮੰਤਰੀ ਜਿਹੜਾ ਹੁੰਦਾ ਉਹ ਸੰਸਦ ਨੂੰ ਸੰਮਨ ਕਰਨ ਅਤੇ ਮੁਅੱਤਲ ਕਰਨ ਦੇ ਸੰਬੰਧ ਵਿੱਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ। ਜੇਕਰ ਮੰਨ ਲਓ ਸੰਸਦ ਨੂੰ ਪਾਰਲੀਮੈਂਟ ਨੂੰ ਸੰਮਨ ਭੇਜਣਾ ਕਿਸੇ ਗੱਲ ਨੂੰ ਲੈ ਕੇ ਅਤੇ ਜਾਂ ਮੰਨ ਲਓ ਮੁਅੱਤਲ ਵੀ ਕਰਨਾ, ਤਾਂ ਉਹਦੇ ਲਈ ਵੀ ਰਾਸ਼ਟਰਪਤੀ ਹੀ ਨਿਰਦੇਸ਼ ਦਿੰਦਾ ਵਾ, ਪ੍ਰਧਾਨ ਮੰਤਰੀ ਹੀ ਨਿਰਦੇਸ਼ ਦਿੰਦਾ ਰਾਸ਼ਟਰਪਤੀ, ਠੀਕ ਹੈ ਜੀ। ਸੋ ਦੇਖੋ ਪ੍ਰਧਾਨ ਮੰਤਰੀ ਦੇ ਇਹ ਸੀਗੇ ਜਿਹੜੇ ਪ੍ਰਧਾਨ ਮੰਤਰੀ ਬਹੁਤ ਜ਼ਿਆਦਾ ਮਤਲਬ ਫੰਕਸ਼ਨ ਹੁੰਦੇ ਨੇ, ਪ੍ਰਧਾਨ ਮੰਤਰੀ ਦੀ ਪਾਵਰਸ ਇੰਨੀਆਂ ਨੇ, ਠੀਕ ਹੈ ਜੀ। ਹੁਣ ਆਪਾਂ ਅੱਗੇ ਕਰਾਂਗੇ ਇਹਦੀਆਂ ਡਿਊਟੀਜ਼ ਕੀ ਨੇ। ਹੁਣ ਜੀ ਮੰਤਰੀ ਮੰਡਲ ਦਾ ਇਹ ਫਰਜ਼ ਹੋਵੇਗਾ ਕਿ ਉਹ ਰਾਸ਼ਟਰਪਤੀ ਨੂੰ ਸਾਰੇ ਫੈਸਲਿਆਂ ਦੀ ਜਾਣਕਾਰੀ ਦੇਵੇ, ਸਰਕਾਰ ਦੇ ਮਾਮਲਿਆਂ ਦੇ ਪ੍ਰਦਰਸ਼ਨ ਨਾਲ ਮੰਤਰੀ ਮੰਡਲ ਅਤੇ ਕਾਨੂੰਨ ਲਈ ਪ੍ਰਸਤਾਵ। ਇਹ ਸਿੰਪਲ ਕੋਈ ਲਾਈਨ ਨਹੀਂ, ਇਹ ਸਿਰਫ ਜਸਟ ਤੁਹਾਡੀ ਸਹੂਲੀਅਤ ਲਈ ਦਿੱਤਾ ਹੋਇਆ, ਪੇਪਰ ਦੇ ਵਿੱਚ ਇਹ ਕੁਐਸਚਨ ਨਹੀਂ ਆਏਗਾ, ਠੀਕ ਹੈ ਜੀ। ਸੋ ਪ੍ਰਧਾਨ ਮੰਤਰੀ ਹੁਣ ਜੀ ਲੋਕ ਸਭਾ ਭੰਗ ਕਰਨ ਦੀ ਰਾਸ਼ਟਰਪਤੀ ਨੂੰ ਸਿਫਾਰਿਸ਼ ਕਰਦਾ। ਉਹੀ ਆਪਾਂ ਪੜ੍ਹਿਆ ਹੀ ਆ ਕਿ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਵਾ, ਅਗਰ ਪ੍ਰਧਾਨ ਮੰਤਰੀ ਨੇ ਉਹ ਕਰਤਾ ਤਾਂ ਲੋਕ ਸਭਾ ਤਾਂ ਭੰਗ ਡਿਜ਼ੋਲਵ ਹੋ ਹੀ ਜਾਣੀ ਆ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡਾ, ਕਿਉਂਕਿ ਜਦੋਂ ਉਹਦੀ ਮੈਜੋਰਟੀ ਨਹੀਂ ਰਹੇਗੀ ਤਾਂ ਉਹ ਲੋਕ ਸਭਾ ਵੀ ਕਿੱਦਾਂ ਰਹਿ ਜੂਗੀ, ਠੀਕ ਆ। ਅੱਗੇ ਆਪਾਂ ਆ ਗਿਆ ਪ੍ਰਧਾਨ ਮੰਤਰੀ ਕਹਿੰਦਾ ਜੀ ਹੁਣ ਦੇਖੋ ਇਹ ਇੰਪੋਰਟੈਂਟ ਬਣਦਾ ਵਾ, ਆ ਤੁਸੀਂ ਯਾਦ ਕਰਤਾ ਜਿਹੜਾ ਪ੍ਰਧਾਨ ਮੰਤਰੀ ਇਸ ਟਾਈਮ ਜਿਹੜਾ ਚੇਅਰਿੰਗ ਕਮਿਸ਼ਨ ਆ, ਜਿਹਦੇ ਵਿੱਚ ਯੋਜਨਾ ਕਮਿਸ਼ਨ ਜਿਹੜਾ ਕਿ ਪਹਿਲਾਂ ਪਲੈਨਿੰਗ ਕਮਿਸ਼ਨ ਸੀ, ਜਿਹਨੂੰ ਹੁਣ ਆਪਾਂ ਨੀਤੀ ਆਯੋਗ ਕਹਿੰਦੇ ਆ, ਠੀਕ ਆ ਜੀ। ਉਹਦਾ ਆਪਣਾ ਹੈਗਾ ਵਾ ਚੇਅਰਮੈਨ। ਅਗਰ ਪੇਪਰ ਦੇ ਵਿੱਚ ਇੱਕ ਹੋਰ ਕੁਐਸਚਨ ਆਉਂਦਾ ਤਾਂ ਕਿ ਨੀਤੀ ਆਯੋਗ ਇੱਕ ਕੌਨਸਟੀਟਿਊਸ਼ਨਲ ਬੋਡੀ ਹੈ ਜਾਂ ਨਾਨ ਕੌਨਸਟੀਟਿਊਸ਼ਨਲ। ਸੋ ਇਹ ਇੱਕ ਨਾਨ ਕੌਨਸਟੀਟਿਊਸ਼ਨਲ ਬੋਡੀ ਹੈ, ਠੀਕ ਹੈ। ਕੌਨਸਟੀਟਿਊਸ਼ਨਲ ਬੋਡੀ ਨਹੀਂ ਗੀ ਨੀਤੀ ਆਯੋਗ, ਠੀਕ ਹੈ ਜੀ। ਰਾਸ਼ਟਰੀ ਵਿਕਾਸ ਦੇ ਚੇਅਰਮੈਨ, ਠੀਕ ਹੈ ਜੀ। ਰਾਸ਼ਟਰੀ ਏਕਤਾ ਪਰਿਸ਼ਦ ਦੇ ਚੇਅਰਮੈਨ, ਜਨਸੰਖਿਆ ਪਰਿਸ਼ਦ, ਅੰਤਰਰਾਜ ਪਰਿਸ਼ਦ, ਨੈਸ਼ਨਲ ਪੋਪੂਲੇਸ਼ਨ ਕੌਂਸਲ ਹੋ ਗਈ, ਇੰਟਰ ਸਟੇਟ ਕੌਂਸਲ ਹੋ ਗਏ, ਰਾਸ਼ਟਰੀ ਵਾਟਰ ਰਿਸੋਰਸ ਕੌਂਸਲ ਹੋ ਗਈ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ। ਇਹਦੇ ਵੀ ਚੇਅਰਮੈਨ ਹੈੱਡ ਕੌਣ ਹੁੰਦੇ ਨੇ? ਪ੍ਰਧਾਨ ਮੰਤਰੀ ਹੁੰਦੇ ਨੇ, ਠੀਕ ਹੈ ਜੀ। ਸੋ ਇਹ ਵੀ ਕੁਐਸਚਨ ਬਣ ਸਕਦਾ ਵਾ, ਇੱਦਾਂ ਨਹੀਂ ਕਿ ਨਹੀਂ ਬਣੇਗਾ, ਬਣ ਸਕਦਾ, ਇਹ ਬਣ ਸਕਦਾ ਵਾ, ਠੀਕ ਆ।
ਅੱਗੇ ਆ ਗਿਆ ਜੀ ਆਪਣੇ ਕੋਲੇ ਪ੍ਰਾਈਮ ਮਿਨਿਸਟਰ ਜਿਹੜਾ ਹੁੰਦਾ ਦੇਸ਼ ਦੀ ਵਿਦੇਸ਼ ਨੀਤੀ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਉਹ ਕੇਂਦਰ ਸਰਕਾਰ ਦਾ ਮੁੱਖ ਬੁਲਾਰਾ ਹੁੰਦਾ, ਠੀਕ ਹੈ ਜੀ। ਸੋ ਅੱਗੇ ਆ ਗਿਆ ਜੀ ਸਾਡੇ ਕੋਲ ਉਹ ਐਮਰਜੈਂਸੀ ਜਦੋਂ ਹੁੰਦੀ, ਐਮਰਜੈਂਸੀ ਦੌਰਾਨ ਸਿਆਸੀ ਪੱਧਰ 'ਤੇ ਸੰਕਟ ਪ੍ਰਬੰਧਕ ਇਨ ਚੀਫ ਹੁੰਦਾ। ਕੌਮ ਦੇ ਆਗੂ ਵਜੋਂ ਉਹ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲਦੇ ਨੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਉਹਨਾਂ ਵੱਲੋਂ ਮੰਗ ਪੱਤਰ ਆਦਿ ਪ੍ਰਾਪਤ ਕੀਤੇ ਜਾਂਦੇ ਨੇ, ਠੀਕ ਹੈ। ਸਿੰਪਲ ਜਸਟ ਇੱਕ ਆਪਣੀ ਨੌਲੇਜ ਲਈ ਹੈ ਕਿ ਪ੍ਰਧਾਨ ਮੰਤਰੀ ਇਹ ਡਿਊਟੀਜ਼ ਨੇ ਪ੍ਰਧਾਨ ਮੰਤਰੀ ਦੀਆਂ। ਹੁਣ ਜੀ ਪ੍ਰਾਈਮ ਮਿਨਿਸਟਰ ਜਦੋਂ ਸੱਤਾ ਦੇ ਵਿੱਚ ਪਾਰਟੀ ਦੇ ਨੇਤਾ ਹੁੰਦੇ ਨੇ, ਉਹ ਸੇਵਾਵਾਂ ਦਾ ਸਿਆਸੀ ਮੁਖੀ ਹੁੰਦਾ ਵਾ, ਬਸ ਸਿੰਪਲ ਹੀ ਇਜ਼ ਏ ਪੋਲੀਟੀਕਲ ਹੈਡ ਆਫ ਦਾ ਸਰਵਿਸਿਜ਼, ਠੀਕ ਹੈ ਜੀ। ਹੁਣ ਆ ਗਿਆ ਜੀ ਆਪਣਾ ਕਾਉਂਸਲ ਆਫ ਮਿਨਿਸਟਰ। ਇਹਦੇ ਵਿੱਚ ਆਪਾਂ ਨੂੰ ਇਹ ਥੋੜ੍ਹਾ ਜਿਹਾ ਪੇਪਰ ਦੇ ਵਿੱਚ ਕੁਐਸਚਨ ਬਣ ਸਕਦਾ ਵਾ ਇਹ, ਠੀਕ ਹੈ ਜੀ। ਸੋ ਇੱਕ ਅੱਧਾ ਕੁਐਸਚਨ ਸਪੈਸ਼ਲੀ ਇਨ PPSC ਜਾਂ ਪੰਜਾਬ ਪੁਲਿਸ ਦੇ ਵਿੱਚ ਇਹ ਕੁਐਸਚਨ ਥੋੜ੍ਹਾ ਜਿਹਾ ਉਹਦੇ ਵਿੱਚ ਘੱਟ ਬਣਨ ਦੀ ਸੰਭਾਵਨਾ ਵਾ ਬਾਕੀ ਉਹਦੇ ਵਿੱਚ, ਬਟ ਫਿਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਾਉਂਸਲ ਆਫ ਮਿਨਿਸਟਰਸ ਕੀ ਹੁੰਦੇ। ਕਾਉਂਸਲ ਆਫ ਮਿਨਿਸਟਰ ਜਿਹੜਾ ਕਿ ਮੰਤਰੀ ਮੰਡਲ ਹੁੰਦਾ, ਇਹਦੀ ਜੀ ਸਭ ਤੋਂ ਪਹਿਲਾਂ ਅਗਵਾਈ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਪ੍ਰਾਈਮ ਮਿਨਿਸਟਰ ਦੇ ਹੈੱਡ ਹੁੰਦੇ ਨੇ। 74 ਐਕਟ ਦੇ ਵਿੱਚ ਇਹ ਚੀਜ਼ ਲਿਖੀ ਹੋਈ ਆ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਜ਼ਿਆਦਾਤਰ ਜਿਹੜੇ ਇਹ ਆਰਟੀਕਲ ਨੇ 74, 75, 78 ਇਹਦੇ ਵਿੱਚ ਜ਼ਿਕਰ ਆ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਸਾਰਾ। ਜਿੱਦਾਂ ਆਪਾਂ ਪ੍ਰੈਜ਼ੀਡੈਂਟ ਪੜ੍ਹਦੇ ਹਾਂ, ਵਾਈਸ ਪ੍ਰੈਜ਼ੀਡੈਂਟ ਪੜ੍ਹਦੇ ਹਾਂ, ਇਹਦੇ ਵਿੱਚ ਸਾਰਾ ਕੁਛ ਅਲੱਗ-ਅਲੱਗ ਦਿੱਤਾ ਹੁੰਦਾ ਨਾ ਕਿ ਪ੍ਰੈਜ਼ੀਡੈਂਟ ਲਈ ਸਹੁੰ ਲਈ ਕੋਈ ਹੋਰ ਆਰਟੀਕਲ ਆ ਅਤੇ ਉਹਦੇ ਲਈ ਅਪੋਇੰਟ ਕਰਨ ਲਈ ਨੇਤਾਵਾਂ ਲਈ ਕੁਛ ਹੋਰ ਆ, ਸਾਰਾ ਕੁਛ ਅਲੱਗ। ਬਟ ਇਹਦੇ ਵਿੱਚ 74, 75, 78 ਜੀ ਸਾਰਾ ਸਮੇਟਤਾ ਇਹਨਾਂ ਨੇ, ਠੀਕ ਹੈ ਜੀ। ਹੁਣ ਜੀ 74 ਦੇ ਵਿੱਚ ਉਹ ਕਹਿੰਦੇ ਜੀ ਇੱਕ ਮੰਤਰੀ ਮੰਡਲ ਦੀ ਅਗਵਾਈ ਹੋਵੇਗੀ। ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ, ਠੀਕ ਹੈ। 74 ਇੱਕ ਦੇ ਵਿੱਚ ਆ, ਠੀਕ ਹੈ ਜੀ। ਮੰਤਰੀ ਮੰਡਲ ਹੋਊਗਾ ਜਿਹੜਾ ਕਿ ਪ੍ਰਧਾਨ ਮੰਤਰੀ ਹੈੱਡ ਹੋਊਗਾ, ਠੀਕ ਹੈ ਜੀ ਉਹਦਾ, ਅਤੇ ਉਸ ਰਾਸ਼ਟਰਪਤੀ ਨੂੰ ਸਹਾਇਤਾ ਜਾਂ ਸਲਾਹ ਦੇਣ ਲਈ ਹੁੰਦਾ ਵਾ, ਠੀਕ ਹੈ ਜੀ। ਅੱਗੇ ਆ ਗਿਆ ਜੀ ਨਿਯੁਕਤੀ। 75 ਇੱਕ ਦੇ ਵਿੱਚ ਨਿਯੁਕਤੀ ਅਪੁਆਇੰਟਮੈਂਟ ਆਪਾਂ ਪਹਿਲਾਂ ਉੱਪਰ ਵੀ ਕੀਤਾ। 75 ਦੇ ਵਿੱਚ ਇਹਨਾਂ ਨੇ ਲਿਖਤਾ ਹੋਇਆ ਜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ ਅਤੇ ਹੋਰ ਜਿਹੜੇ ਮੰਤਰੀ ਮੰਡਲ ਜਿਹੜੇ ਕਾਉਂਸਲ ਆਫ ਮਿਨਿਸਟਰ ਵੀ ਹੋ ਗਏ ਨਾ, ਤਾਂ ਉਹਦੀ ਨਿਯੁਕਤੀ ਵੀ ਪ੍ਰਧਾਨ ਮੰਤਰੀ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਲਾਹ ਦੇਊਗਾ ਕਿ ਰਾਸ਼ਟਰਪਤੀ ਨੂੰ ਕਿ ਇਹ ਮੇਰੇ ਮੈਂਬਰਸ ਨੇ, ਅਤੇ ਮੰਨ ਲਓ 60 ਮੰਤਰੀ ਮੰਡਲ ਦੇ ਮੈਂਬਰ ਹੋ ਗਏ, ਠੀਕ ਆ। 60 ਮੈਂਬਰਾਂ ਨੂੰ ਜਾ ਕੇ ਉਹਨਾਂ ਨੇ ਕਹਿਤਾ ਵੀ ਆਹ ਨਾਮ ਸੁਜੈਸਟ ਕਰਤੇ, ਉਹਨਾਂ ਸਾਰਿਆਂ ਨੂੰ ਅਪੁਆਇੰਟ ਕਰ ਦੂਗਾ ਪ੍ਰੈਜ਼ੀਡੈਂਟ, ਜਸਟ ਸਾਈਨ ਕਰੇਗਾ, ਠੀਕ ਆ ਜੀ। ਹੁਣ ਉਹ ਕਹਿੰਦੇ ਜੀ ਇੱਕ ਮੰਤਰੀ, ਜਦੋਂ ਪ੍ਰਧਾਨ ਮੰਤਰੀ ਵੀ ਇੱਕ ਮੰਤਰੀ ਹੁੰਦਾ ਹੈ, ਇਹਨੂੰ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਹੋਣਾ ਚਾਹੀਦਾ ਹੈ। ਇਹ ਆਪਾਂ ਕੀਤਾ ਹੀ ਹੋਇਆ ਕਿ ਮਿਨਿਸਟਰੀ ਜਿੱਦਾਂ ਕਿ ਆਲ ਆਫ ਦੀ ਮਿਨਿਸਟਰ ਹੁੰਦੇ ਆ, ਪ੍ਰਾਈਮ ਮਿਨਿਸਟਰ ਵੀ ਹੁੰਦੇ ਨੇ, ਠੀਕ ਹੈ ਜੀ। ਸੋ ਉਹਦੇ ਵਿੱਚ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਆ ਉਹਨੂੰ, ਠੀਕ ਹੈ ਜੀ। ਤਾਂ ਉਹੀ ਬਣੇਗਾ। ਜੇਕਰ ਕੋਈ ਵਿਅਕਤੀ ਜੋ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ, ਤਾਂ ਉਹਨੂੰ ਵੀ ਨਿਯੁਕਤ ਕਰ ਸਕਦਾ। ਜ਼ਰੂਰੀ ਨਹੀਂ ਹੁੰਦਾ ਕਿ ਸੰਸਦ ਦਾ ਮੰਨ ਲਓ ਕਿਸੇ ਨੂੰ ਇੱਕ ਕਾਉਂਸਲ ਆਫ ਮਿਨਿਸਟਰ ਦੇ ਵਿੱਚ ਕੋਈ ਦਰਜਾ ਦੇਣਾ, ਠੀਕ ਆ। ਮੰਨ ਲਓ ਕਿਸੇ ਨੂੰ ਆਪਾਂ ਲਾ ਲਈਏ ਕਿ ਡਿਫੈਂਸ ਮਿਨਿਸਟਰ ਬਣਾਉਣਾ, ਤਾਂ ਉਹਦੇ ਲਈ ਵੀ ਅਗਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਕੋਲ ਇੰਨੀ ਪਾਵਰ ਆ ਕਿ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਚਾਹੀਦਾ ਹੈ। ਉਹ ਬਾਅਦ ਦੀ ਗੱਲ ਆ। ਉਸ ਤੋਂ ਪਹਿਲਾਂ ਜੇਕਰ ਉਹ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਵੀਗਾ, ਮੰਨ ਲਓ, ਠੀਕ ਆ, ਉਹ ਵਾਲਾ, ਤਾਂ ਚੱਕ ਕੇ ਉਹਨੂੰ ਡਿਫੈਂਸ ਮਿਨਿਸਟਰ ਬਣਾ ਸਕਦਾ ਵਾ ਪ੍ਰਾਈਮ ਮਿਨਿਸਟਰ। ਇੱਦਾਂ ਨਹੀਂ ਕਿ ਨਹੀਂ ਸਲਾਹ ਦੇ ਸਕਦਾ ਰਾਸ਼ਟਰਪਤੀ ਨੂੰ ਕਿ ਇਹਨੂੰ ਡਿਫੈਂਸ ਮਿਨਿਸਟਰ ਨਿਯੁਕਤ ਕੀਤਾ ਜਾਵੇ। ਸੋ ਬਟ ਜਿਹੜਾ ਮੰਤਰੀ ਹੁੰਦਾ ਵਾ ਉਹ ਮੰਤਰੀ ਬਣੇਗਾ, ਉਹਨੂੰ ਸੰਸਦ ਦੇ ਚਾਹੇ ਉਹ ਈਦਰ ਹਾਊਸ, ਚਾਹੇ ਲੋਕ ਸਭਾ, ਚਾਹੇ ਰਾਜ ਸਭਾ ਦੇ ਵਿੱਚ ਉਸ ਬੰਦੇ ਨੂੰ ਨਿਯੁਕਤੀ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਆਪਦਾ ਬਹੁਮਤ ਸਿੱਧਾ ਕਰਨਾ ਪਏਗਾ, ਠੀਕ ਹੈ ਜੀ। ਫਿਰ ਜਾ ਕੇ ਉਹਦੀ ਅਪੁਆਇੰਟਮੈਂਟ ਕੰਟੀਨਿਊ ਹੋਏਗੀ, ਠੀਕ ਹੈ ਜੀ। ਇੱਕ ਮੰਤਰੀ ਦੇ ਅਹੁਦੇ ਦੀ ਸਹੁੰ ਰਾਸ਼ਟਰਪਤੀ ਦੁਆਰਾ ਚੁਕਾਈ ਜਾ, ਇਹ ਆਪਾਂ ਕੀਤਾ ਕਿ ਓਥ ਜਿਹੜੀ ਹੁੰਦੀ ਆ ਪ੍ਰਾਈਮ ਮਿਨਿਸਟਰ ਨੂੰ ਵੀ ਰਾਸ਼ਟਰਪਤੀ ਚੁਕਾਉਂਦਾ ਵਾ, ਅਤੇ ਜਿਹੜੇ ਦੂਸਰੇ ਹੁੰਦੇ ਨੇ ਜਿਹੜੇ ਇਹਦੇ ਮਿਨਿਸਟਰ ਵੀ ਹੁੰਦੇ ਨੇ, ਇਹਨਾਂ ਨੂੰ ਵੀ ਸਹੁੰ ਰਾਸ਼ਟਰਪਤੀ ਚੋਂ। ਹੁਣ ਕਾਉਂਸਲ ਆਫ ਮਿਨਿਸਟਰ ਦੀ ਸਟਰੈਂਥ ਕਿੰਨੀ ਆ, ਠੀਕ ਹੈ ਜੀ। ਇਹ ਵੀ ਇੰਪੋਰਟੈਂਟ ਬਣ ਜਾਂਦਾ ਵਾ ਕੁਐਸਚਨ। ਹੁਣ ਜੀ ਅਗਰ ਆਪਾਂ ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ ਲਿਖੀਏ ਕਿ ਇਹਦੇ ਵਿੱਚ ਕੋਈ ਖਾਸ ਇਹਨਾਂ ਨੇ ਸਟਰੈਂਥ ਨਹੀਂ ਦਿੱਤੀ ਹੋਈ ਕਿ ਮੰਨ ਲਓ 50 ਹੁੰਦੇ ਨੇ, 60 ਹੁੰਦੇ ਨੇ, ਠੀਕ ਹੈ, 70 ਹੁੰਦੇ ਨੇ, ਇੱਦਾਂ ਦੀ ਕੋਈ ਸਟਰੈਂਥ ਨਹੀਂ ਦਿੱਤੀ ਹੋਈ। ਇਹਦੇ ਵਿੱਚ ਸਿੰਪਲ ਇੱਕ ਨਾ 91ਵੀਂ ਸੋਧ ਹੋਈ ਸੀ 2003 ਤੋਂ ਬਾਅਦ। ਉਹਨਾਂ ਨੇ ਕਿਹਾ ਜੀ ਮੰਤਰੀ ਮੰਡਲ ਦੀ ਤਾਕਤ ਵੀ ਸ਼ਾਮਲ ਹੈ, ਠੀਕ ਹੈ ਜੀ। ਪ੍ਰਧਾਨ ਮੰਤਰੀ ਨੂੰ ਲੋਕ ਸਭਾ ਦੀ ਕੁੱਲ ਗਿਣਤੀ ਦੇ 15% ਤੋਂ ਵੱਧ ਨਹੀਂ ਹੋਣਾ ਚਾਹੀਦਾ ਕੁੱਲ ਮੈਂਬਰ। ਮੰਨ ਲਓ ਇਸ ਟਾਈਮ ਦੇ ਉੱਤੇ ਆਪਣੀ ਲੋਕ ਸਭਾ ਦੇ ਵਿੱਚ 543 ਮੈਂਬਰ ਆ, ਠੀਕ ਹੈ ਜੀ। 543 ਮੈਂਬਰ ਆ, 543 ਮੈਂਬਰ ਦਾ 15% ਵੱਧ ਤੋਂ ਵੱਧ ਹੋਣਾ ਚਾਹੀਦਾ, ਜਿਹੜਾ ਕਿ ਲਗਭਗ 81-82 ਬਣਦਾ, ਠੀਕ ਹੈ ਜੀ। 81-82 ਮੈਂਬਰਾਂ ਤੋਂ ਵੱਧ ਆਪਣੇ ਨਹੀਂ ਹੋਣੇ ਚਾਹੀਦੇਗੇ ਮੰਤਰੀ ਮੰਡਲ ਦੇ ਵਿੱਚ, ਠੀਕ ਹੈ। ਜਿਹੜਾ ਆਪਣਾ ਕਾਉਂਸਲ ਆਫ ਮਿਨਿਸਟਰ ਦੀ ਇੰਨੀਆਂ ਸਟਰੈਂਥ ਆ, ਇੱਦਾਂ ਨਹੀਂ ਕਿ 543 ਮੈਂਬਰ ਤੁਹਾਡੇ ਲੋਕ ਸਭਾ ਦੇ ਵਿੱਚ 543 ਮੈਂਬਰ ਆ ਅਤੇ ਉਹਦੇ ਵਿੱਚੋਂ ਤੁਸੀਂ ਚੱਕ ਕੇ 200 ਬੰਦੇ ਨੂੰ ਤੁਸੀਂ ਕਾਉਂਸਲ ਆਫ ਮਿਨਿਸਟਰ 'ਤੇ ਦੇ ਦਿਓ, ਨਹੀਂ। ਇਹ ਘੱਟ ਤੋਂ ਘੱਟ ਤੁਹਾਨੂੰ ਇਹ ਹੁਣ ਇਸ ਟਾਈਮ ਮੈਨੂੰ ਪੱਕਾ ਨਹੀਂ ਯਾਦ, ਸ਼ਾਇਦ ਇਸ ਟਾਈਮ ਵੀ 60 ਤੋਂ 61 ਹੀ ਕੌਂਸਲ ਦੇ ਮੈਂਬਰ ਨੇ, 60 ਪਤਾ ਨਹੀਂ 62 ਆ, ਇਹ ਤੁਸੀਂ ਚੈੱਕ ਕਰ ਲੈਣਾ। ਵੈਸੇ ਪੇਪਰ ਦੇ ਵਿੱਚ ਕੁਐਸਚਨ ਨਹੀਂ ਆਏਗਾ, ਵੈਸੇ ਤੁਹਾਨੂੰ ਦੱਸਤਾ। ਰੱਖ ਆਪਣੇ ਕਿੰਨੇ ਸਕਦੇ ਆ, 81-82 ਰੱਖ ਸਕਦੇ ਨੇ ਕੌਂਸਲ ਆਫ ਮਿਨਿਸਟਰ ਦੇ ਵਿੱਚ, ਠੀਕ ਆ। ਸਿੰਪਲੀ ਇਹ ਯਾਦ ਕਰ ਲੈਣਾ ਤੁਸੀਂ। ਸੋ ਇਹ ਪੇਪਰ ਦੇ ਵਿੱਚ ਕੁਐਸਚਨ ਬਣਦਾ ਕਿ ਲੋਕ ਸਭਾ ਦੇ ਜਿਹੜੇ ਆਪਣੇ ਮੰਨ ਲਓ ਮੈਂਬਰ ਹੁੰਦੇ ਨੇ, ਜਿਹੜੇ ਕੌਂਸਲ ਆਫ ਮਿਨਿਸਟਰ ਦੇ ਮੈਂਬਰ ਹੁੰਦੇ ਆ, ਉਹਦੀ ਸਟਰੈਂਥ ਕਿੰਨੀ ਹੋ ਸਕਦੀ ਆ ਵੱਧ ਤੋਂ ਵੱਧ 15%, ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ ਲੋਕ ਸਭਾ ਦੇ ਮੈਂਬਰਾਂ ਦੀ। ਅਗਰ ਆਪਾਂ ਗੱਲ ਕਰੀਏ ਸੈਲਰੀ, ਇਹਦੀ ਤਨਖਾਹ ਸੰਸਦ ਕਰਦੀ ਆ, ਸੰਸਦ ਨਿਰਧਾਰਿਤ ਕਰਦੀ ਆ, ਸਮੇਂ-ਸਮੇਂ 'ਤੇ ਚੇਂਜ ਹੁੰਦੀ ਰਹਿੰਦੀ ਆ, ਠੀਕ ਹੈ ਜੀ, ਇਹਦੇ ਮੈਂਬਰਾਂ ਦੀ।
ਹੁਣ 75(2) ਆਰਟੀਕਲ ਦੇ ਵਿੱਚ ਕੀ ਲਿਖਿਆ, ਉਹ ਕਹਿੰਦੇ ਜੀ ਇੱਕ ਮੰਤਰੀ ਰਾਸ਼ਟਰਪਤੀ ਪ੍ਰਤੀ ਵਿਅਕਤੀਗਤ ਤੌਰ ਤੇ ਜ਼ਿੰਮੇਵਾਰ ਹੁੰਦਾ। ਠੀਕ ਹੈ ਜੀ, ਇਹਦਾ ਮਤਲਬ ਹੁੰਦਾ ਕਿ ਇੱਕ ਮੰਤਰੀ ਰਾਸ਼ਟਰਪਤੀ ਦੀ ਖੁਸ਼ੀ ਦੌਰਾਨ ਦਫ਼ਤਰ ਵਿੱਚ ਬਣਿਆ ਰਹਿੰਦਾ ਹੈ, ਪਰ ਪ੍ਰਧਾਨ ਮੰਤਰੀ ਦੀ ਸਲਾਹ ਤੇ। ਉਹੀ ਗੱਲ ਰਿਪੀਟ ਹੋ ਗਈ ਨਾ, ਰਾਸ਼ਟਰਪਤੀ ਦਾ ਪਲੇਜ਼ਰ ਆਫ ਰਾਸ਼ਟਰਪਤੀ ਦਾ ਇਹਦਾ ਮਤਲਬ ਇਦਾਂ ਨਹੀਂ ਹੁੰਦਾ ਕਿ ਪਲੇਜ਼ਰ ਆਫ ਦੀ ਪ੍ਰੈਜ਼ੀਡੈਂਟ ਦੇ ਹਿਸਾਬ ਦੇ ਨਾਲ ਹੀ ਉਹ ਰਹੂਗਾ। ਜਿਵੇਂ ਪ੍ਰੈਜ਼ੀਡੈਂਟ ਚਾਹੂਗਾ ਤਾਂ ਚੱਕ ਕੇ ਰਿਮੂਵ ਕਰ ਦਊਗਾ, ਉਹ ਵੀ ਰਾਸ਼ਟਰਪਤੀ ਕਹੂਗਾ ਵੀ ਇਸ ਬੰਦੇ ਦੀ ਮੈਨੂੰ ਨਹੀਂ ਲੋੜ ਗੀ, ਇਹ ਬੰਦੇ ਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਇਸ ਬੰਦੇ ਨੂੰ ਰਿਮੂਵ ਕਰਨਾ ਚਾਹੀਦਾ, ਤਾਂ ਰਾਸ਼ਟਰਪਤੀ ਦੀ ਸਲਾਹ ਦੇ ਉੱਤੇ ਪ੍ਰੈਜ਼ੀਡੈਂਟ ਰਿਮੂਵ ਕਰੇਗਾ। ਸੌਰੀ, ਆਪਣਾ ਪ੍ਰਧਾਨ ਮੰਤਰੀ ਦੀ ਸਲਾਹ ਤੇ, PM ਦੀ ਸਲਾਹ ਤੇ ਪ੍ਰੈਜ਼ੀਡੈਂਟ ਆਪਣਾ ਰਿਮੂਵ ਕਰੇਗਾ। ਬਸ ਸਿੰਪਲ, ਤੁਸੀਂ ਇਹ ਯਾਦ ਕਰਨਾ। ਹੋ ਗਿਆ ਹੋਏਗਾ ਤੁਹਾਨੂੰ 3-4 ਵਾਰੀ ਗੱਲ ਆਪਾਂ ਇਹ ਵਾਲੀ ਚੀਜ਼ ਰਿਪੀਟ ਕਰਤੀ ਹੋਈ ਆ। ਹੁਣ ਉਹ ਕਹਿੰਦਾ ਜੀ ਇੱਕ ਮੰਤਰੀ ਨੇ ਰਾਸ਼ਟਰਪਤੀ ਨੂੰ ਅਸਤੀਫਾ ਬਟ ਰਾਸ਼ਟਰਪਤੀ ਨੂੰ ਦਊਗਾ। ਠੀਕ ਹੈ, ਸੌਂਪਦਾ ਹੈ। PM ਦੀ ਸਲਾਹ ਤੇ ਹੀ ਰਾਸ਼ਟਰਪਤੀ ਕਿਸੇ ਮੰਤਰੀ ਨੂੰ ਹਟਾ ਸਕਦਾ ਹੈ। ਸੋ ਆਪਾਂ ਕਰ ਲਿਆ ਕਿ ਪ੍ਰਾਈਮ ਮਿਨਿਸਟਰ ਹੀ ਅਸਲੀ ਹੈੱਡ ਹੁੰਦਾ ਵਾ ਜਿਹੜਾ। ਠੀਕ ਹੈ ਜੀ, ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਲਾਹ ਕਰਦਾ, ਪਰ ਰਾਸ਼ਟਰਪਤੀ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ। ਇੱਦਾਂ ਵਾ ਕਿ ਰਾਸ਼ਟਰਪਤੀ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ, ਅਗਰ ਰਾਸ਼ਟਰਪਤੀ ਨਹੀਂ ਹੋਏਗਾ ਤਾਂ ਕੰਮ ਨਹੀਂ ਹੋਏਗਾ। ਠੀਕ ਹੈ ਜੀ, ਨੈਕਸਟ ਆ ਗਿਆ ਜੀ ਸਾਡਾ 75(3) ਕੀ ਕਹਿੰਦਾ ਜੀ। 75(3) ਸਾਨੂੰ ਕਹਿੰਦਾ ਜੀ ਮੰਤਰੀ ਪਰਿਸ਼ਦ ਲੋਕ ਸਭਾ ਪ੍ਰਤੀ ਸਮੂਹਿਕ ਤੌਰ ਤੇ ਜ਼ਿੰਮੇਵਾਰ ਹੁੰਦਾ। ਠੀਕ ਹੈ, ਜਿਹੜਾ ਮੰਤਰੀ ਪਰਿਸ਼ਦ ਹੁੰਦਾ, ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਲੋਕ ਸਭਾ ਭੰਗ ਕਰਨ ਦੀ ਸਲਾਹ ਦਿੰਦਾ ਵਾ। ਠੀਕ ਹੈ ਜੀ, ਉਹ ਆਪਾਂ ਕਰ ਲਿਆ ਹੋਇਆ ਪਹਿਲਾਂ। ਹਰੇਕ ਮੰਤਰੀ ਨੂੰ ਬੋਲਣ ਅਤੇ ਸਦਨ ਵਿੱਚ ਕਾਰਵਾਈ ਕਰਨ ਦਾ, ਹਿੱਸਾ ਲੈਣ ਦਾ ਅਧਿਕਾਰ ਹੁੰਦਾ। ਜਿਹੜਾ ਮੰਤਰੀ ਮੰਡਲ ਹੁੰਦੇ ਨੇ, ਸਦਨ ਦੀ ਮੰਨ ਲਓ ਕੋਈ ਵੀ ਜੁਆਇੰਟ ਮੀਟਿੰਗ ਹੋ ਗਈ, ਸਾਂਝੀ ਮੀਟਿੰਗ ਹੋ ਗਈ, ਜਾਂ ਸੰਸਦ ਦੀ ਕੋਈ ਵੀ ਕਮੇਟੀ ਮੈਂਬਰ ਆ ਉਹ ਜਿਸ ਦਾ ਨਾਮ ਦਿੱਤਾ ਜਾਂਦਾ ਵਾ, ਉਹਦੇ ਵਿੱਚ ਉਹ ਬੋਲ ਸਕਦਾ ਵਾ, ਹਿੱਸਾ ਲੈ ਸਕਦਾ। ਪਰ ਜਦੋਂ ਕੋਈ ਵੋਟਿੰਗ ਹੁੰਦੀ ਆ ਨਾ, ਉਹਦੇ ਵਿੱਚ ਇਹ ਮੈਂਬਰ ਕੌਂਸਲ ਆਫ ਮਿਨਿਸਟਰ ਦੀ ਹੈਸੀਅਤ ਦੇ ਨਾਲ ਵੋਟ ਨਹੀਂ ਪਾ ਸਕਦੇ। ਠੀਕ ਹੈ ਜੀ, ਸੋ ਸਿੰਪਲੀ ਆਪਣਾ ਹੋ ਗਿਆ। ਜਿੱਦਾਂ ਕਿ ਆਪਾਂ ਵੋਟਿੰਗ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਲੋਕ ਸਭਾ ਦੇ ਜਿੰਨੇ ਮੈਂਬਰ ਹੋ ਗਏ, ਰਾਜ ਸਭਾ ਦੇ ਜਿੰਨੇ ਮੈਂਬਰ ਹੋ ਗਏ, ਉਹ ਵੋਟਿੰਗ ਵਗੈਰਾ ਸਾਰੀ ਉੱਥੇ ਹੁੰਦਾ, ਬਟ ਕੌਂਸਲ ਆਫ ਮਿਨਿਸਟਰ ਜਿਹੜੇ ਹੁੰਦੇ ਨੇ ਉਹ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ ਉਹਨਾਂ ਨੂੰ। ਠੀਕ ਹੈ ਜੀ, ਸੋ ਨੈਕਸਟ ਆਪਾਂ ਗੱਲ ਕਰੀਏ ਸਮੂਹਿਕ ਜ਼ਿੰਮੇਵਾਰੀ। ਅਗਰ ਆਪਾਂ ਕਲੈਕਟੀਵਿਟੀ ਰਿਸਪੌਂਸੀਬਿਲਟੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਸਰਕਾਰ ਦੀ ਸੰਸਦ ਪ੍ਰਣਾਲੀ ਦੇ ਕੰਮਕਾਜ ਦਾ ਮੂਲ ਸਿਧਾਂਤ ਆ ਸਮੂਹਿਕ ਜ਼ਿੰਮੇਵਾਰੀ ਦਾ ਸਿਧਾਂਤ। ਹੁਣ ਅਗਰ ਆਪਾਂ ਮੰਤਰੀ ਮੰਡਲ ਲੋਕ ਸਭਾ ਪ੍ਰਤੀ ਸਮੂਹਿਕ ਤੌਰ ਤੇ ਜ਼ਿੰਮੇਵਾਰ ਹੁੰਦਾ, ਉਹ ਇੱਕ ਟੀਮ ਵਜੋਂ ਕੰਮ ਕਰਦੇ। ਇਹ ਉਹੀ ਚੀਜ਼ ਆ ਗਈ ਕਿ ਇਕੱਠੇ ਮਤਲਬ ਇਕੱਠੇ ਹੀ ਤੈਰਦੇ ਆ, ਇਕੱਠੇ ਹੀ ਡੁੱਬਦਾ। ਜਿੱਦਾਂ ਆਪਾਂ ਮੈਚ ਦੇਖਦੇ ਹੁੰਦੇ ਹਾਂ ਨਾ, ਕ੍ਰਿਕਟ ਦਾ ਮੈਚ ਦੇਖਦੇ ਹਾਂ ਕਿ ਬਈ ਜਦੋਂ ਮੰਨ ਲਓ ਕੋਈ ਟੀਮ ਇੰਡੀਆ ਨੇ ਮੰਨ ਲਓ ਜਿੱਤ ਦਰਜ ਕਰ ਲਈ, ਠੀਕ ਆ, ਆਸਟ੍ਰੇਲੀਆ ਦੇ ਉੱਤੇ ਜਿੱਤ ਦਰਜ ਕਰ ਦਿੱਤਾ, ਉਹਦੇ ਵਿੱਚ ਆਪਾਂ ਇਹੀ ਕਹਿੰਦੇ ਹੁੰਦੇ ਹਾਂ ਕਿ ਸਾਰਿਆਂ ਦਾ ਟੀਮ ਵਰਕ ਸੀਗਾ, ਸਾਰਿਆਂ ਦਾ ਟੀਮ ਵਰਕ ਸੀ। ਜੇ ਹਾਰਨਗੇ ਤਾਂ ਸਾਰਿਆਂ ਦੇ ਸਿਰ ਤੇ ਭਾਂਡਾ ਫੜੂਗਾ, ਜੇ ਜਿੱਤਣਗੇ ਤਾਂ ਸਾਰਿਆਂ ਦੇ ਸਿਰ ਦੇ ਉੱਤੇ ਸਿਰਾ ਸਜੂਗਾ। ਠੀਕ ਹੈ ਜੀ, ਸੋ ਇਹ ਸੇਮ ਟੂ ਸੇਮ ਚੀਜ਼ ਕਲੈਕਟਿਵ ਰਿਸਪੌਂਸੀਬਿਲਿਟੀ ਮੰਤਰੀ ਮੰਡਲ ਦੀ ਹੁੰਦੀ ਆ। ਠੀਕ ਹੈ ਜੀ, ਜਦੋਂ ਲੋਕ ਸਭਾ ਮੰਤਰੀ ਮੰਡਲ ਦੇ ਖਿਲਾਫ ਭਰੋਸੇਯੋਗ ਮਤਾ ਪਾਸ ਕਰਦੀ ਹੈ, ਠੀਕ ਹੈ, ਤਾਂ ਸਾਰੇ ਮੰਤਰੀਆਂ ਨੂੰ ਅਸਤੀਫਾ ਦੇਣਾ ਪਵੇਗਾ। ਕੈਬਨਿਟ ਫੈਸਲੇ ਸਾਰੇ ਕੈਬਨਿਟ ਮੰਤਰੀਆਂ ਤੇ ਹੋਰ ਮੰਤਰੀਆਂ ਨੂੰ ਬੰਨ੍ਹ ਕੇ ਰੱਖਦੇ ਨੇ। ਠੀਕ ਹੈ, ਸਿੰਪਲ। ਠੀਕ ਹੈ, ਜੇਕਰ ਭਰੋਸੇਯੋਗ ਮਤਾ ਉਹ ਹੁੰਦਾ ਵਾ ਤਾਂ ਦੈਨ ਉਸ ਤੋਂ ਬਾਅਦ ਸਾਰੇ ਮੰਤਰੀਆਂ ਨੂੰ ਅਸਤੀਫਾ ਦੇਣਾ ਪਊਗਾ, ਕਿਉਂਕਿ ਸਾਰਾ ਡਿਸੋਲਵ ਹੋ ਜਾਏਗਾ। ਠੀਕ ਹੈ ਜੀ, ਸੋ ਸਰਕਾਰ ਹੀ ਡਿਸੋਲਵ ਹੋ ਗਈ। ਠੀਕ ਹੈ ਜੀ, ਹੁਣ ਜੀ ਜਿਹੜਾ ਮੰਤਰੀ ਦੀ ਜਿਹੜੀ ਕੌਂਸਲ ਦੀ ਰਚਨਾ ਵਾ ਨਾ, ਜਿਹੜੇ ਕੌਂਸਲ ਆਫ ਮਿਨਿਸਟਰਸ ਹੁੰਦੇ ਨੇ, ਇਹਨੂੰ ਵੀ 3 ਭਾਗਾਂ 'ਚ ਵੰਡਿਆ ਹੋਇਆ ਵਾ ਇਹਨਾਂ ਨੇ। ਦੇਖ ਲਓ ਹੁਣ, ਇੱਕ ਤਾਂ ਆਪਾਂ ਦੇਖਿਆ ਕਿ 543 ਮੈਂਬਰ ਸਾਡੇ ਹੈਗੇ ਆ ਲੋਕ ਸਭਾ ਦੇ, ਉਹਦਾ ਆਪਣਾ 15% ਵੱਧ ਤੋਂ ਵੱਧ ਹੋ ਸਕਦੇ ਨੇ, 81 ਹੋ ਸਕਦੇ ਨੇ, ਬਟ ਉਹਦੇ ਵਿੱਚੋਂ ਵੀ ਅਜੇ ਤੱਕ ਫਿਲਹਾਲ ਆਪਣੇ ਕੋਲ 60-62 ਮੈਂਬਰ ਨੇ ਵਿਦ ਪ੍ਰਾਈਮ ਮਿਨਿਸਟਰ ਦੇ ਨਾਲ। ਠੀਕ ਹੈ ਜੀ, ਹੁਣ ਉਹਦੇ ਵਿੱਚ ਵੀ ਅੱਗੇ ਵੀ ਉਹਨਾਂ ਨੂੰ ਵੀ 3 ਪਾਰਟਾਂ ਦੇ ਵਿੱਚ ਵੰਡਿਆ ਹੋਇਆ ਜੀ। ਕੈਬਨਿਟ ਮੰਤਰੀ ਜਿਹੜੇ ਹੋ ਗਏ ਆਪਣੇ, ਠੀਕ ਹੈ ਜੀ, ਮਿਨਿਸਟਰੀ ਆਫ ਸਟੇਟ ਜਿਹਨਾਂ ਨੂੰ ਕਿ ਇੰਡੀਪੈਂਡੈਂਟ ਚਾਰਜ ਦਿੱਤਾ ਜਾਂਦਾ ਵਾ, ਇਹ ਹੋ ਜਾਂਦੇ ਨੇ, ਅਤੇ ਡੈਪੂਟੀ ਮਿਨਿਸਟਰ ਉਪ ਮੰਤਰੀ। ਇਹ ਬਹੁਤ ਘੱਟ ਹੁੰਦੇ ਨੇ, ਇਹ ਅਜੇ ਤੱਕ ਦੇ ਆਪਣੇ ਸੰਵਿਧਾਨ ਦੇ ਇਤਿਹਾਸ ਦੇ ਵਿੱਚ ਜਿਹੜੇ ਡੈਪੂਟੀ ਮਿਨਿਸਟਰ ਆ ਬਹੁਤ ਘੱਟ ਬਣਾਏ ਗਏ ਆ ਯੂਨੀਅਨ ਲੈਵਲ 'ਤੇ। ਠੀਕ ਹੈ ਜੀ, ਠੀਕ ਹੈ, ਸੈਂਟਰ ਲੈਵਲ 'ਤੇ। ਠੀਕ ਹੈ, ਸਟੇਟ ਦੀ ਗੱਲ ਜਦੋਂ ਆਪਾਂ ਸਟੇਟ ਵਾਲਾ ਪੜਾਂਗੇ ਉਹਦੇ ਵਿੱਚ ਪੜਾਂਗੇ, ਇਹ ਸੈਂਟਰ ਦੀ ਗੱਲ ਹੋ ਰਹੀ ਹੈ। ਠੀਕ ਹੈ, ਸੋ ਅਗਰ ਇਸ ਟਾਈਮ ਆਪਾਂ ਕੌਂਸਲ ਆਫ ਮਿਨਿਸਟਰ ਦੀ ਗੱਲ ਕਰਦੇ ਹੁੰਦੇ ਹਾਂ ਨਾ, ਜਦੋਂ ਇਹਦੇ ਵਿੱਚ, ਤਾਂ ਤੁਸੀਂ ਜ਼ਿਆਦਾ ਉਹਦਾ ਕਿ ਯੂਨੀਅਨ ਕੌਂਸਲ ਆਫ ਮਿਨਿਸਟਰ ਦੀ ਗੱਲ ਕਰਦੇ ਹਾਂ। ਠੀਕ ਹੈ, ਕਿਉਂਕਿ ਜੇ ਆਪਾਂ ਸੈਂਟਰ ਦਾ ਪੜ੍ਹ ਰਹੇ ਹਾਂ ਸਾਰਾ। ਹੁਣ ਜੀ ਕੈਬਨਿਟ ਮਿਨਿਸਟਰ ਜਿਹੜੇ ਹੁੰਦੇ ਨੇ, ਕੈਬਨਿਟ ਮੰਤਰੀ ਹੁੰਦੇ ਨੇ, ਉਹ ਕੀ ਕਰਦੇ ਨੇ? ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੈਬਨਿਟ ਮਿਨਿਸਟਰ ਕੌਣ ਹੁੰਦਾ? ਗ੍ਰਹਿ ਮੰਤਰੀ ਹੋ ਗਿਆ, ਰੱਖਿਆ ਵਿਭਾਗ ਹੋ ਗਿਆ, ਵਿੱਤ ਮੰਤਰੀ ਹੋ ਗਿਆ, ਬਾਹਰੀ ਮਾਮਲੇ ਆਦਿ ਕਾ ਜਿਹੜੇ ਐਕਸਟਰਨਲ ਅਫੇਅਰ ਵਗੈਰਾ ਜਿਹੜੇ ਮੇਨ ਹੋ ਗਏ। ਠੀਕ ਆ, ਕੇਂਦਰ ਸਰਕਾਰ ਦੇ ਮਹੱਤਵਪੂਰਨ ਮੰਤਰਾਲਿਆਂ ਦੇ ਮੁਖੀ ਹਨ। ਉਹ ਮੰਤਰੀ ਮੰਡਲ ਦੇ ਮੈਂਬਰ ਹਨ ਜਿਸ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੁੰਦੇ ਨੇ ਅਤੇ ਫੈਸਲਾ ਲੈਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਠੀਕ ਆ, ਬਹੁਤ ਇੰਪੋਰਟੈਂਟ ਭੂਮਿਕਾ ਨਿਭਾਉਂਦੇ ਆ। ਅਗਰ ਆਪਾਂ ਗੱਲ ਕਰੀਏ, ਅਗਰ ਤੁਸੀਂ ਜਾਓਗੇ ਨਾ, ਤੁਸੀਂ ਗੂਗਲ 'ਤੇ ਜਾਓ, ਗੂਗਲ 'ਤੇ ਜਾ ਕੇ ਨਾ ਤੁਸੀਂ ਮਿਨਿਸਟਰੀ ਆਫ ਕੌਂਸਲ ਸਰਚ ਮਾਰੋ, ਉਹਦੇ ਵਿੱਚ ਤੁਹਾਨੂੰ ਸਾਰੇ ਮੰਤਰੀਆਂ ਦੀ ਲਿਸਟ ਆ ਜਾਏਗੀ। ਸੋ ਉਹ ਤੁਸੀਂ ਜ਼ਰੂਰ ਦੇਖਣਾ, ਇਹ ਮੋਸਟ ਇੰਪੋਰਟੈਂਟ ਆ। ਇਹ ਤੁਹਾਡੇ ਲਈ ਤਾਂ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਕੋਈ ਵੀ ਨਿਊਜ਼ ਦੇਖਿਆ ਕਰੋਗੇ ਨਾ, ਤੁਹਾਡੇ ਦਿਮਾਗ ਦੇ ਵਿੱਚ ਵੱਡਿਆ ਕਰੇਗੀ, ਹਾਂ ਯਾਰ ਇਹ ਕੈਬਨਿਟ ਮਿਨਿਸਟਰ ਆ, ਕੌਂਸਲ ਆਫ ਮਿਨਿਸਟਰ ਦੇ ਮੈਂਬਰ ਨੇ, ਆਹ ਮਿਨਿਸਟਰੀ ਆਫ ਸਟੇਟਸ ਨੇ ਜਿਨ੍ਹਾਂ ਨੂੰ ਕਿ ਇੰਡੀਪੈਂਡੈਂਟ ਚਾਰਜ ਦਿੱਤਾ ਹੋਇਆ। ਸੋ ਸਾਰਾ ਕੁਝ ਤੁਹਾਨੂੰ ਹੋ ਜਾਊਗਾ। ਸੋ ਜਾਣਾ ਤੁਸੀਂ ਆਪਣੀ ਗੌਰਮੈਂਟ ਆਫ ਇੰਡੀਆ ਦੀ ਸਾਈਟ 'ਤੇ ਜਾਓ, ਕੌਂਸਲ ਆਫ ਮਿਨਿਸਟਰ ਸਰਚ ਮਾਰੋ, ਕੈਬਨਿਟ ਮਿਨਿਸਟਰ ਸਰਚ ਮਾਰੋ, ਉਹ ਸਾਰਿਆਂ ਦੇ ਨਾਮ ਅਤੇ ਫੋਟੋ ਦੇ ਸਮੇਤ ਤੁਹਾਨੂੰ ਗੂਗਲ 'ਤੇ ਮਿਲੇਗਾ। ਉਹ ਦੇਖੋ, ਜਾ ਕੇ ਜ਼ਰੂਰ ਦੇਖੋ। ਪੇਪਰ ਦੇ ਪੁਆਇੰਟ ਆਫ ਵਿਊ ਨਾਲ ਵੀ ਇੰਪੋਰਟੈਂਟ ਆ। ਕਈ ਵਾਰ ਨਾ ਪੇਪਰ ਦੇ ਵਿੱਚ ਆਪਾਂ ਨੂੰ ਡਾਇਰੈਕਟ ਕੁਐਸਚਨ ਆਉਂਦਾ ਕਿ ਭਾਰਤ ਦਾ ਡਿਫੈਂਸ ਦੱਸੋ, ਇਹ ਕੌਣ ਨੇ? ਮੈਚ ਦੀ ਕਾਲਮ 'ਚ ਦੇ ਦੇਣਗੇ ਡਿਫੈਂਸ ਮਿਨਿਸਟਰ ਕੌਣ ਨੇ, ਆਪਣੇ ਐਕਸਟਰਨਲ ਮਿਨਿਸਟਰ ਕੌਣ ਨੇ, ਆਪਣੇ ਫਾਈਨੈਂਸ ਮਿਨਿਸਟਰ ਕੌਣ ਨੇ। ਸੋ ਸਾਰਾ ਕੁਝ ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਵਾ। ਠੀਕ ਹੈ ਜੀ, ਸੋ ਇਹਦੇ ਨਾਲ ਤੁਹਾਡੀ ਆਪਦੀ ਜਨਰਲ ਨੌਲੇਜ ਇੰਪਰੂਵ ਹੋਵੇ। ਲਿਖਣ ਨੂੰ ਮੈਂ ਨਾਮ ਲਿਖ ਸਕਦਾ ਸੀ, ਬਟ ਤੁਸੀਂ ਆਪ ਸਰਚ ਕਰਨਾ ਹੈ। ਠੀਕ ਹੈ ਜੀ, ਜਾ ਕੇ
ਗੌਰਮੈਂਟ ਆਫ ਇੰਡੀਆ ਦੀ ਸਾਈਟ 'ਤੇ ਜਾਓ, ਗੌਰਮੈਂਟ ਆਫ ਇੰਡੀਆ ਦੀ ਸਾਈਟ ਦੇ ਉੱਤੇ ਜਾ ਕੇ ਕੌਂਸਲ ਆਫ ਮਿਨਿਸਟਰ ਸਰਚ ਮਾਰੋ, ਉਹਦੇ ਉੱਤੇ ਤੁਹਾਨੂੰ ਸਾਰੇ ਮੰਤਰੀ ਮਿਲ ਜਾਣਗੇ ਕਿਹੜੇ ਕਿੰਨੇ ਆ। ਠੀਕ ਹੈ ਜੀ। ਹੁਣ ਜੀ ਮਿਨਿਸਟਰੀ ਆਫ ਸਟੇਟ ਜਿਹੜੇ ਹੁੰਦੇ ਨੇ ਇਹ ਸੁਤੰਤਰ ਚਾਰਜ ਦਿੱਤਾ ਜਾਂਦਾ ਇਹਨਾਂ ਨੂੰ, ਇਹ ਕੈਬਨਿਟ ਮੰਤਰੀਆਂ ਦੇ ਨਾਲ ਹੀ ਵੈਸੇ ਜੁੜੇ ਹੁੰਦੇ ਨੇ। ਸੋ ਰਾਜ ਦੇ ਮੰਤਰੀ ਜਿਹੜੇ ਸੁਤੰਤਰ ਚਾਰਜ ਹੁੰਦਾ ਇਹਨਾਂ ਦਾ, ਕੈਬਨਿਟ ਮੰਤਰੀਆਂ ਦੀਆਂ ਸ਼ਕਤੀਆਂ ਅਤੇ ਕਰਤੱਵ, ਹਾਲਾਂਕਿ ਉਹ ਮੰਤਰੀ ਮੰਡਲ ਦੇ ਮੈਂਬਰ ਨਹੀਂ ਹੁੰਦੇ ਇਹ, ਜਦੋਂ ਤੱਕ ਕੈਬਨਿਟ ਕਮੇਟੀਆਂ ਦੇ ਵਿੱਚ ਇਹ ਸ਼ਾਮਲ ਨਹੀਂ ਹੁੰਦੇ, ਵਿਸ਼ੇਸ਼ ਤੌਰ 'ਤੇ ਇਹਨਾਂ ਨੂੰ ਸੱਦਾ ਦਿੰਦੇ ਆ ਜਦੋਂ ਉਹਨਾਂ ਦੇ ਮੰਤਰਾਲਿਆਂ ਬਾਰੇ ਜਾਂ ਜਿਹੜੇ ਉਹਨਾਂ ਦੇ ਵਿਭਾਗ ਹੁੰਦੇ ਨੇ, ਜਿਹੜੇ ਵਿਭਾਗ ਉਹਨਾਂ ਨੂੰ ਮਿਨਿਸਟਰੀ ਆਫ ਸਟੇਟਸ ਦਿੱਤੀਆਂ ਹੁੰਦੀਆਂ ਉਹਦੇ ਬਾਰੇ ਕੋਈ ਵਿਚਾਰ ਵਟਾਂਦਰਾ ਕਰਨਾ ਹੁੰਦਾ, ਫਿਰ ਉਹਨਾਂ ਨੂੰ ਬੁਲਾਉਂਦੇ ਆ। ਠੀਕ ਹੈ ਜੀ। ਮਿਨਿਸਟਰੀ ਆਫ ਸਟੇਟਸ ਯਾਨੀ ਮੇਨ ਕੰਮ ਜਿਹੜੇ ਅਗਰ ਆਪਾਂ ਗੱਲ ਕਰੀਏ ਆ ਕੈਬਨਿਟ ਮਿਨਿਸਟਰੀ ਕਰਦੇ ਨੇ। ਹੁਣ ਉਪ ਮੰਤਰੀਆਂ ਦੀ ਅਗਰ ਆਪਾਂ ਗੱਲ ਕਰੀਏ, ਉਹਨਾਂ ਨੂੰ ਮੰਤਰਾਲਿਆਂ ਵਿਭਾਗਾਂ 'ਤੇ ਸੁਤੰਤਰ ਚਾਰਜ ਨਹੀਂ ਦਿੱਤਾ, ਇਹਨਾਂ ਨੂੰ ਨਹੀਂ ਦਿੱਤਾ ਜਾਂਦਾ। ਸੋ ਉਹ ਕੈਬਨਿਟ ਮੰਤਰੀਆਂ ਜਾਂ ਰਾਜ ਮੰਤਰੀਆਂ ਨਾਲ ਜੁੜੇ ਹੋਏ ਹੁੰਦੇ ਨੇ। ਠੀਕ ਹੈ। ਦੋਨਾਂ 'ਚੋਂ ਕਿਸੇ ਨਾਲ ਵੀ ਜਿਹੜਾ ਉਹਨਾਂ ਦੀ ਸਹਾਇਤਾ ਕਰਦੇ ਨੇ, ਉਹ ਮੰਤਰੀ ਮੰਡਲ ਦੇ ਮੈਂਬਰ ਨਹੀਂ ਹੁੰਦੇ ਅਤੇ ਆਪਣਾ ਕੈਬਨਿਟ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ। ਸੋ ਇਹ ਬਹੁਤ ਘੱਟ, ਮੈਂ ਤੁਹਾਨੂੰ ਪਹਿਲੇ ਮੈਂ ਕਿਹਾ ਡੈਪੂਟੀ ਮਿਨਿਸਟਰ ਦੀ ਪੋਸਟ ਇੱਦਾਂ ਨਹੀਂ ਕਿ ਨਹੀਂ ਹੁੰਦੀ, ਅਜੇ ਤੱਕ ਆਪਣੇ ਮੇਰੇ ਹਿਸਾਬ ਦੇ ਨਾਲ 10-11 ਵਾਰੀ ਡੈਪੂਟੀ ਮਿਨਿਸਟਰ ਬਣਾਏ ਨੇ। ਠੀਕ ਆ। ਇਸ ਟਾਈਮ ਸ਼ਾਇਦ ਕੋਈ ਹੈ ਵੀ ਹੈ ਨਹੀਂ ਗਾ ਡੈਪੂਟੀ ਮਿਨਿਸਟਰ। ਹੁਣ ਜੀ ਕੈਬਨਿਟ ਦੀ ਭੂਮਿਕਾ ਕੀ ਹੁੰਦੀ ਆ, ਹੁਣ ਇਹ ਮੋਸਟ ਇੰਪੋਰਟੈਂਟ ਹੁੰਦਾ। ਇਹ ਜਿਹੜੀ ਸਾਡੀ ਰਾਜਨੀਤਿਕ ਪ੍ਰਸ਼ਾਸਕੀ ਪ੍ਰਣਾਲੀ ਵਿੱਚ ਸਭ ਤੋਂ ਉੱਚੇ ਫੈਸਲੇ ਲੈਣ ਵਾਲੀ ਅਥਾਰਟੀ ਆ ਕੈਬਨਿਟ। ਠੀਕ ਹੈ ਜੀ। ਸੋ ਕੈਬਨਿਟ ਆਪਣੀ ਸੈਂਟਰ ਕੈਬਨਿਟ, ਠੀਕ ਹੈ, ਸੈਂਟਰ ਕੈਬਨਿਟ ਆ ਇਹ। ਸੋ ਇਹ ਉੱਪਰ ਆ ਇਹ ਸੈਂਟਰ ਕੈਬਨਿਟ ਆ ਜਿਹੜੀ ਆਪਣੀ ਹਾਈਐਸਟ ਡਿਸੀਜਨ ਮੇਕਰ ਅਥਾਰਟੀ ਆ। ਠੀਕ ਆ ਜੀ। ਇਹ ਕੇਂਦਰ ਸਰਕਾਰ ਦੀ ਮੁੱਖ ਨੀਤੀ ਬਣਾਉਣ ਦੀ, ਇਹ ਚੀਫ ਪਾਲਿਸੀ ਫਾਰਮੂਲੇਸ਼ਨ ਬੋਡੀ ਬਣਾਉਂਦੀ ਆ। ਇਹ ਕੇਂਦਰ ਸਰਕਾਰ ਦੀ ਸਰਵ ਉੱਚ ਕਾਰਜਕਾਰੀ ਅਥਾਰਟੀ ਆ, ਸੁਪਰੀਮ ਐਗਜ਼ੀਕਿਊਟਿਵ ਅਥਾਰਟੀ ਹੋ ਜਾਂਦੀ ਆ ਇਹ ਸੈਂਟਰਲ ਗੌਰਮੈਂਟ ਦੀ। ਠੀਕ ਹੈ ਜੀ। ਇਹ ਕੇਂਦਰੀ ਪ੍ਰਸ਼ਾਸਕ ਦਾ ਮੁੱਖ ਕੋਆਰਡੀਨੇਸ਼ਨ ਆ। ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਨੈਕਸਟ, ਇਹ ਰਾਸ਼ਟਰਪਤੀ ਲਈ ਇੱਕ ਸਲਾਹਕਾਰ ਸੰਸਥਾ ਅਤੇ ਇਸ ਦੀ ਸਲਾਹ ਉਸ ਲਈ ਬੰਧਨ ਹੈ, ਮਤਲਬ ਇਹ ਐਡਵਾਈਸ ਦੇ ਨਾਲ ਹੀ ਕਰਦੇ ਆ। ਇਹ ਮੁੱਖ ਸੰਕਟ ਪ੍ਰਬੰਧਕ ਵੀ ਆ ਅਤੇ ਇਹਨਾਂ ਐਮਰਜੈਂਸੀਆਂ ਸਥਿਤੀਆਂ ਨੂੰ ਵੀ ਨਜਿੱਠਦਾ। ਇਹ ਸਾਰੇ ਪ੍ਰਮੁੱਖ ਵਿਧਾਨਕ ਅਤੇ ਵਿੱਤੀ ਮਾਮਲਿਆਂ ਨਾਲ ਨਜਿੱਠਦਾ। ਕੋਈ ਵੀ ਮੰਨ ਲਓ ਲੈਜਿਸਲੇਟਿਵ ਜਾਂ ਫਾਈਨੈਂਸ਼ੀਅਲ ਮੈਟਰ ਹੋ ਗਿਆ ਤਾਂ ਇਹਨੂੰ ਵੀ ਇਹੀ ਨਜਿੱਠਦਾ। ਉਹ ਸਾਰੀਆਂ ਵਿਦੇਸ਼ ਨੀਤੀਆਂ ਅਤੇ ਵਿਦੇਸ਼ ਮਾਮਲਿਆਂ ਨਾਲ ਨਜਿੱਠਦਾ। ਮੰਨ ਲਓ ਕੋਈ ਫੋਰਨ ਅਫੇਅਰ ਜਾਂ ਫੋਰਨ ਪੋਲਿਸੀ ਹੋ ਗਿਆ, ਉਹਨੂੰ ਵੀ ਕੈਬਨਿਟ ਮਿਨਿਸਟਰ ਨਜਿੱਠਦੇ ਨੇ। ਇਹ ਸੰਵਿਧਾਨਕ ਅਥਾਰਟੀਆਂ ਅਤੇ ਸੀਨੀਅਰ ਸਕੱਤਰੇਤ ਜਿਹੜੀਆਂ ਵਰਗੀਆਂ ਜਿਹੜੀਆਂ ਵੱਡੀਆਂ ਉੱਚ ਨਿਯੁਕਤੀਆਂ ਹੁੰਦੀਆਂ ਉਹਨਾਂ ਦੀ ਨਿਯੰਤਰਣ ਦੀ ਵੀ ਇਹ ਕਰਦਾ ਵਾ। ਠੀਕ ਹੈ ਜੀ। ਅਪਾਇੰਟਮੈਂਟ। ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਕੌਂਸਲ ਆਫ ਮਿਨਿਸਟਰ ਅਤੇ ਕੈਬਨਿਟ ਦੇ ਵਿੱਚ ਆਪਾਂ ਛੋਟਾ ਜਿਹਾ ਆਪਾਂ ਫਰਕ ਦਿੱਤਾ ਹੋਇਆ ਵਾ, ਇਹ ਤੁਸੀਂ ਪੜ੍ਹ ਲੈਣਾ ਵਾ। ਜਿੱਦਾਂ ਕਿ ਇਹ ਵਾਈਡਰ ਬੋਡੀ ਆ ਜਿਹਦੇ ਵਿੱਚ 60 ਤੋਂ 70 ਮੈਂਬਰ ਹੁੰਦੇ ਆ, ਬਟ ਇਹਦੇ ਵਿੱਚ ਇਹ ਸਮਾਲਰ ਬੋਡੀ ਹੁੰਦੀ ਆ ਜਿਹਦੇ ਕਿ 15-20 ਮੰਤਰਾਲੇ ਹੁੰਦੇ ਆ। ਠੀਕ ਹੈ ਜੀ। ਹੁਣ ਇਹਦੇ ਵਿੱਚ 3 ਕੈਟਾਗਰੀ ਦੇ ਮਿਨਿਸਟਰ ਆ ਗਏ, ਕੈਬਨਿਟ ਮਿਨਿਸਟਰ, ਮਿਨਿਸਟਰੀ ਆਫ ਸਟੇਟ, ਡੈਪੂਟੀ ਮਿਨਿਸਟਰ, ਬਟ ਇਹਦੇ ਵਿੱਚ ਸਿਰਫ ਕੈਬਨਿਟ ਮਿਨਿਸਟਰ ਹੁੰਦੇ ਨੇ। ਦਿਸ ਇਜ਼ ਦਾ ਪਾਰਟ ਆਫ ਦਾ ਕੌਂਸਲ ਆਫ ਮਿਨਿਸਟਰ। ਵੈਸੇ ਇਹ ਕੌਂਸਲ ਆਫ ਮਿਨਿਸਟਰ ਦਾ ਹੀ ਪਾਰਟ ਆ। ਠੀਕ ਆ। ਇਟ ਡਜ਼ ਨਾਟ ਮੈਟ ਐਜ਼ ਬੋਡੀ ਟੂ ਟ੍ਰਾਂਜੈਕਟ ਗੌਰਮੈਂਟ ਬਿਜ਼ਨਸ, ਇਟ ਹੈਜ਼ ਨੋ ਕਲੈਕਟਿਵ ਫੰਕਸ਼ਨ। ਸੋ ਇਹਦੇ ਵਿੱਚ ਤੁਸੀਂ ਇਹ ਖੁਦ ਕਰ ਲੈਣਾ ਵਾ। ਠੀਕ ਹੈ ਜੀ। ਸੋ ਆਪਾਂ ਐਡ ਕਰਤਾ ਹੋਇਆ, ਜ਼ਿਆਦਾ ਇਹਦੇ ਵਿੱਚ ਕੋਈ ਡਿਫਰੈਂਸ ਤੇ ਕੋਈ ਕੁਐਸਚਨ ਨਹੀਂ ਆਊਗਾ। ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ, ਮੇਨ 2 ਪੁਆਇੰਟ ਨੇ ਜਿਹੜੇ ਉੱਪਰ ਲਿਆ। ਠੀਕ ਹੈ ਜੀ। ਹੁਣ ਜੀ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਇੱਕ ਨਾ ਕੈਬਨਿਟ ਕਮੇਟੀ ਹੁੰਦੀ ਆ। ਠੀਕ ਹੈ ਜੀ। ਸੋ ਇਹਦੇ ਵਿੱਚ ਜ਼ਿਆਦਾ ਕੁਐਸਚਨ ਨਹੀਂ ਬਣਨਗੇ, ਇਹਦੇ ਵਿੱਚ ਨਾਰਮਲੀ ਇੱਕ ਅੱਧਾ ਕੁਐਸਚਨ ਸ਼ਾਇਦ ਬਣ ਸਕਦਾ, ਉਹ ਵੀ BPSC ਦੇ ਵਿੱਚ ਬਣੇਗਾ। ਅਗਰ ਆਪਾਂ ਗੱਲ ਕਰੀਏ, ਉਹ ਕੈਬਨਿਟ ਦੇ ਭਾਰੀ ਕੰਮ ਦੇ ਬੋਝ ਨੂੰ ਘਟਾਉਣ ਲਈ ਇੱਕ ਸੰਗਠਨਾਤਮਕ ਯੰਤਰ ਹੁੰਦਾ ਇਹ। ਉਹ ਵੀ ਨੀਤੀਯੋਗ ਮੁੱਦਿਆਂ ਦੀ ਡੂੰਘਾਈ ਨਾਲ ਜਾਂਚ ਅਤੇ ਪ੍ਰਭਾਵਸ਼ਾਲੀ ਤਾਲਮੇਲ ਦੀ ਸਹੂਲਤ ਲਈ ਇਹ ਹੁੰਦਾ। ਠੀਕ ਹੈ ਜੀ। ਸੋ ਅੱਗੇ ਆਪਾਂ ਕਰਦੇ ਹਾਂ, ਸੰਵਿਧਾਨ ਵਿੱਚ ਇਹਦਾ ਜ਼ਿਕਰ ਨਹੀਂ। ਠੀਕ ਹੈ। ਕੌਨਸਟੀਟਿਊਸ਼ਨ ਦੇ ਵਿੱਚ ਇਹਦਾ ਜ਼ਿਕਰ ਨਹੀਂ। ਹਾਲਾਂਕਿ ਕਾਰੋਬਾਰ ਦੀ ਸਥਾਪਨਾ ਨਿਯਮ ਉਹਨਾਂ ਲਈ ਪ੍ਰਦਾਨ ਕੀਤੇ ਜਾਂਦੇ ਨੇ। ਠੀਕ ਹੈ। ਬਿਜ਼ਨਸ ਪ੍ਰੋਵਾਈਡਡ ਫॉर ਦੇਅਰ। ਠੀਕ ਹੈ ਜੀ। ਹੁਣ ਇਹ ਵੀ ਅੱਗੇ ਜਾ ਕੇ 2 ਕਿਸਮਾਂ ਦੇ ਹੁੰਦੇ ਨੇ, ਇੱਕ ਹੁੰਦੇ ਸਟੈਂਡਿੰਗ, ਇੱਕ ਹੁੰਦੇ ਨੇ ਐਡ ਹਾਕਸ। ਜਿਹੜੇ ਸਟੈਂਡਿੰਗ ਹੁੰਦੇ ਨੇ, ਠੀਕ ਹੈ ਜੀ, ਉਹਦੇ ਵਿੱਚ ਆ ਗਿਆ ਆਪਣਾ ਐਡ ਹਾਕ ਕੈਬਨਿਟ ਕਮੇਟੀ। ਅਸਥਾਈ, ਇਹ ਸਥਾਈ ਹੁੰਦੇ ਨੇ। ਜਿਹੜੇ ਸਟੈਂਡਿੰਗ ਹੁੰਦੇ ਨੇ, ਜਿਹੜੇ ਅਸਥਾਈ ਹੋ ਗਏ, ਉਹਨਾਂ ਨੂੰ ਕੰਮ ਪੂਰਾ ਹੋਣ ਤੋਂ ਬਾਅਦ ਭੰਗ ਕਰ ਦਿੰਦੇ। ਮਤਲਬ ਇੱਕ ਸਥਾਈ ਨੇ, ਇੱਕ ਅਸਥਾਈ ਨੇ। ਠੀਕ ਹੈ ਜੀ। ਸੋ ਇੱਕ ਸਟੈਂਡਿੰਗ ਆ, ਇੱਕ ਹੈਗੇ ਐਡ ਹਾਕ। ਉਹ ਪ੍ਰਧਾਨ ਮੰਤਰੀ ਦੁਆਰਾ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਥਾਪਿਤ ਕੀਤੇ ਗਏ ਨੇ। ਸਥਿਤੀ ਦੀ ਲੋੜ ਦੇ ਸਮੇਂ ਇਸ ਲਈ ਉਹਨਾਂ ਦੀ ਸੰਖਿਆ, ਨਾਮਕਰਨ ਅਤੇ ਰਚਨਾ ਵੱਖੋ ਵੱਖ। ਮਤਲਬ ਇਹਨਾਂ ਦੇ ਕੋਈ ਉਹ ਨਹੀਂਗਾ ਵੀ 20 ਹੋਣਗੇ, 50 ਹੋਣਗੇ, 30 ਹੋਣਗੇ, 10 ਹੋਣਗੇ, 5 ਹੋਣਗੇ। ਆਪ ਉਹਦੀ ਸਥਿਤੀ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਘਟਾ ਵਧਾ ਸਕਦੇ ਆ। ਉਹ ਨਾ ਸਿਰਫ ਉਹਨਾਂ ਦੁਆਰਾ ਕਵਰ ਕੀਤੇ ਗਏ ਵਿਸ਼ਿਆਂ ਦੇ ਇੰਚਾਰਜ ਮੰਤਰੀਆਂ ਨੂੰ ਸ਼ਾਮਲ ਕਰਦੇ ਆ, ਸਗੋਂ ਇਹ ਹੋਰ ਵੀ ਸੀਨੀਅਰ ਮੰਤਰੀ ਸ਼ਾਮਲ ਹੁੰਦੇ ਨੇ ਇਹਦੇ ਵਿੱਚ। ਠੀਕ ਹੈ। ਸਿੰਪਲੀ ਇਹਨਾਂ ਦੀ ਅਗਵਾਈ ਵੀ ਪ੍ਰਧਾਨ ਮੰਤਰੀ ਕਰਦੇ ਨੇ। ਠੀਕ ਹੈ ਜੀ। ਜ਼ਿਆਦਾ ਮੋਸਟ ਆਫ ਦੀ ਟਾਈਮ ਪ੍ਰਧਾਨ ਮੰਤਰੀ ਕਰਦੇ ਨੇ, ਬਟ ਕਈ ਵਾਰ ਜੇਕਰ ਗ੍ਰਹਿ ਮੰਤਰੀ ਹੋ ਗਏ, ਵਿੱਤ ਮੰਤਰੀ ਹੋ ਗਏ, ਉਹ ਨਾ ਸਿਰਫ ਮੁੱਦਿਆਂ ਨੂੰ ਹੱਲ ਕਰਦੇ ਨੇ ਅਤੇ ਵਿਚਾਰ ਕਰਨ ਲਈ ਪ੍ਰਸਤਾਵ ਤਿਆਰ ਕਰਦੇ ਹਨ, ਪਰ ਜਿਹੜੇ ਫੈਸਲੇ ਨੇ ਉਹ ਕੈਬਨਿਟ ਲੈ ਜਾਂਦੀ ਹੈ। ਠੀਕ ਹੈ ਜੀ। ਹਾਲਾਂਕਿ ਕੈਬਨਿਟ ਆਪਣੇ ਫੈਸਲਿਆਂ ਦੀ ਸਮੀਖਿਆ ਕਰ ਸਕਦੀ ਆ। ਸੋ ਹੇਠ ਲਿਖੀਆਂ ਕੈਬਨਿਟ ਕਮੇਟੀਆਂ ਹਨ। ਕੈਬਨਿਟ ਕਮੇਟੀਆਂ ਕਿਹੜੀਆਂ ਨੇ? ਇੱਕ ਹੋ ਗਈ ਜੀ ਇੰਪੋਰਟੈਂਟ ਕੈਬਨਿਟ ਕਮੇਟੀਜ਼ ਨੇ। ਕੈਬਨਿਟ ਕਮੇਟੀ ਪੋਲੀਟੀਕਲ ਅਫੇਅਰ 'ਤੇ ਹੋ ਗਈ। ਠੀਕ ਹੈ ਜੀ। ਸਿਆਸੀ ਮਾਮਲਿਆਂ 'ਤੇ ਹੋ ਗਈ। ਇੱਕ ਹੋ ਗਈ ਆਰਥਿਕ ਮਾਮਲਿਆਂ ਦੇ ਉੱਤੇ ਆਪਣੀ ਕੈਬਨਿਟ ਕਮੇਟੀ ਬਣਾਈ ਜਾਂਦੀ ਆ। ਇੱਕ ਸੰਸਦੀ ਮਾਮਲਿਆਂ 'ਤੇ ਕੈਬਨਿਟ ਕਮੇਟੀ ਬਣਾਈ ਜਾਂਦੀ ਆ। ਇੱਕ ਹੁਣ ਮੰਨ ਲਓ ਕੈਬਨਿਟ ਕਮੇਟੀ ਅਪਾਇੰਟਮੈਂਟ ਲਈ ਵੀ ਬਣਾਈ ਜਾਂਦੀ ਆ। ਠੀਕ ਹੈ ਜੀ। ਹੁਣ ਸਟੈਂਡਿੰਗ ਕਮੇਟੀ ਆਪਾਂ ਪੜ੍ਹਿਆ ਕਿ 27 ਕਮੇਟੀਆਂ ਹੁੰਦੀਆਂ, ਜਿਹਦੇ ਵਿੱਚ ਕਿ
ਇਹਦਾ ਗਠਨ ਹਰੇਕ ਸਾਲ ਕਰਦੇ ਆ, ਠੀਕ ਹੈ, ਹਰੇਕ ਸਾਲ ਦੇ ਵਿੱਚ ਇਹ ਬਣਾਈਆਂ ਜਾਂਦੀਆਂ ਨੇ। ਹੁਣ ਸੰਸਦ ਵਿੱਚ ਵੱਖ-ਵੱਖ ਸਟੈਂਡਿੰਗ ਕਮੇਟੀਆਂ ਹੁੰਦੀਆਂ ਨੇ, ਜਿੱਦਾਂ ਕਿ ਇੱਕ ਹੋ ਗਿਆ ਪਬਲਿਕ ਅਕਾਊਂਟ ਕਮੇਟੀ ਹੋ ਗਈ, ਐਸਟੀਮੇਟ ਕਮੇਟੀ ਹੋ ਗਈ, ਕਮੇਟੀ ਆਫ ਪਬਲਿਕ ਅੰਡਰਟੇਕਿੰਗਸ, ਠੀਕ ਆ, ਸੋਪੂ, ਇਹ ਵੀ ਆਪਣਾ ਹੋ ਗਿਆ। ਨੈਕਸਟ ਆ ਗਿਆ ਜੀ ਸਾਡੇ ਕੋਲੇ ਹੁਣ ਕੁਝ ਮਹੱਤਵਪੂਰਨ ਆਰਟੀਕਲ ਦਿੱਤੇ ਹੋਏ ਨੇ ਜਿਹਦੇ ਵਿੱਚੋਂ ਕਿ ਪੇਪਰ ਮੋਸਟਲੀ ਬਣਦਾ, ਡਾਇਰੈਕਟ ਬਣਦਾ। ਹੁਣ ਜੀ 74 ਨੰਬਰ ਆਰਟੀਕਲ ਸਾਨੂੰ ਕਹਿੰਦਾ ਕੌਂਸਲ ਆਫ ਮਿਨਿਸਟਰ ਵਿਦ ਪ੍ਰਾਈਮ ਮਿਨਿਸਟਰ, ਠੀਕ ਆ ਜੀ, ਕੌਂਸਲ ਆਫ ਮਿਨਿਸਟਰ ਹੁੰਦੇ ਨੇ, ਪ੍ਰਾਈਮ ਮਿਨਿਸਟਰ ਇਹਦਾ ਹੈੱਡ ਹੁੰਦਾ ਵਾ, ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਹੁੰਦੇ ਨੇ, ਠੀਕ ਆ। ਸੋ ਇਹਦਾ ਜ਼ਿਕਰ ਸਾਰਾ 74 ਨੰਬਰ ਆਰਟੀਕਲ 'ਚ ਸਾਰਾ ਕੁਝ ਲਿਖਿਆ ਹੋਇਆ ਇਹਦਾ, ਠੀਕ ਆ ਜੀ। 75 ਨੰਬਰ ਆਰਟੀਕਲ ਦਾ ਪ੍ਰਾਈਮ ਮਿਨਿਸਟਰ ਸ਼ੈਲ ਬੀ ਅਪਾਇੰਟਡ ਬਾਈ ਦਾ ਪ੍ਰੈਜ਼ੀਡੈਂਟ ਐਂਡ ਦਾ ਅਦਰ ਮਿਨਿਸਟਰ ਸ਼ੈਲ ਬੀ ਆਲਸੋ ਅਪਾਇੰਟਡ ਬਾਈ ਦਾ ਪ੍ਰੈਜ਼ੀਡੈਂਟ ਬਟ ਦਾ ਐਡਵਾਈਸ ਆਫ ਦੀ ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ ਦੀ ਐਡਵਾਈਸ ਦੇ ਉੱਤੇ ਹੀ ਬਾਕੀ ਦੇ ਮਿਨਿਸਟਰ ਵੀ ਐਡ ਹੁੰਦੇ ਨੇ, ਅਪਾਇੰਟ ਹੁੰਦੇ ਨੇ। ਐਂਡ ਅਦਰ ਪ੍ਰੋਵੀਜ਼ਨਸ ਐਜ਼ ਦਾ ਮਿਨਿਸਟਰ, ਸਾਰਾ ਕੁਝ ਮਿਨਿਸਟਰਸ ਬਾਰੇ ਕਿ ਮਿਨਿਸਟਰ ਦੀ ਕੀ ਯੋਗਤਾ ਹੁੰਦੀ ਆ, ਮਿਨਿਸਟਰ ਦੀ ਤਨਖਾਹ, ਸੈਲਰੀ, ਭੱਤੇ, ਸਾਰਾ ਕੁਝ ਆਰਟੀਕਲ 75 ਦੇ ਵਿੱਚ ਲਿਖਿਆ ਹੋਇਆ ਵਾ, ਠੀਕ ਹੈ ਜੀ। 76 ਨੰਬਰ ਆਰਟੀਕਲ, 76 ਨੰਬਰ ਆਰਟੀਕਲ ਸਾਨੂੰ ਕਹਿੰਦਾ ਕਿ ਅਟਾਰਨੀ ਜਨਰਲ ਆਫ ਇੰਡੀਆ ਹੋਣਾ ਚਾਹੀਦਾ ਵਾ, ਇਹ ਵੀ ਆਪਣਾ ਐਗਜ਼ੀਕਿਊਟਿਵ, ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਹੁੰਦਾ ਇਹ, ਠੀਕ ਹੈ ਜੀ। ਇਹ ਆਪਣਾ ਫਸਟ ਲਾਅ ਆਫਿਸਰ ਹੁੰਦਾ, ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਬਣੂਗਾ ਫਸਟ ਲਾਅ ਆਫਿਸਰ ਕੌਣ ਹੁੰਦਾ, ਭਾਰਤ ਦਾ ਅਟਾਰਨੀ ਜਨਰਲ ਹੁੰਦਾ, ਇਹਨੂੰ ਰਾਸ਼ਟਰਪਤੀ ਅਪਾਇੰਟ ਕਰਦਾ। ਬਟ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵਾ, ਇਹਨੂੰ ਆਪਾਂ ਡਿਟੇਲ ਦੇ ਵਿੱਚ ਕਰਾਂਗੇ, ਅਜੇ ਮੈਂ ਤਾਂ ਨਹੀਂ ਇਹਨੂੰ ਡਿਟੇਲ ਦੇ ਵਿੱਚ ਕਰਵਾਇਆ ਕਿਉਂਕਿ ਆਪਾਂ ਇੱਕ ਵਾਰ ਪਾਰਲੀਮੈਂਟ ਪੜ੍ਹ ਲਈਏ, ਉਸ ਤੋਂ ਬਾਅਦ ਜਦੋਂ ਆਪਾਂ ਜਿਹੜੀ ਕੌਂਸਟੀਟਿਊਸ਼ਨਲ ਬੋਡੀ ਹੋ ਗਿਆ, ਜਿੱਦਾਂ UPSC ਹੋ ਗਿਆ, ਅਟਾਰਨੀ ਜਨਰਲ ਆਫ ਇੰਡੀਆ, ਫਾਈਨੈਂਸ ਕਮਿਸ਼ਨ ਹੋ ਗਿਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਦੇ ਵਿੱਚ ਆਪਾਂ ਇਹ ਕਵਰ ਕਰ ਲਾਂਗੇ। ਕੈਗ ਹੋ ਗਿਆ ਆਪਣਾ, ਠੀਕ ਆ, ਕੰਟਰੋਲਰ, ਆਡੀਟਰ ਜਨਰਲ ਹੋ ਗਏ, ਸਾਰਿਆਂ ਦੇ ਨਾਲ ਆਪਾਂ ਕਵਰ ਕਰਾਂਗੇ, ਠੀਕ ਹੈ ਜੀ। ਸੋ ਇਹ ਨੋਟ ਕੀਤਾ ਹੋਇਆ ਮੇਰਾ, ਇਹ ਡਿਟੇਲ ਦੇ ਵਿੱਚ, ਬਟ ਇਹਨੂੰ ਆਰਟੀਕਲ ਯਾਦ ਕਰ ਦਿਓ ਕਿ ਆਰਟੀਕਲ 76 ਇਹਦੇ ਨਾਲ ਸੰਬੰਧ ਰੱਖਦਾ। ਬਹੁਤ ਸਿੰਪਲ ਕੁਐਸਚਨ ਇਹੀ ਬਣਦੇ ਨੇ, ਇਹ ਦੋ ਕੁਐਸਚਨ, ਮਤਲਬ ਕਿ ਪਹਿਲਾ ਲਾਅ ਆਫਿਸਰ ਕੌਣ ਆ, ਭਾਰਤ ਦਾ ਅਟਾਰਨੀ ਜਨਰਲ, ਤੇ ਆਪਣਾ ਦੂਸਰਾ ਤੇ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਵਾ, ਇਹ 76 ਨੰਬਰ ਆਰਟੀਕਲ ਕਹਿੰਦਾ ਕਿ ਭਾਰਤ ਦਾ ਇੱਕ ਅਟਾਰਨੀ ਜਨਰਲ ਹੋਣਾ ਚਾਹੀਦਾ ਵਾ। 77 ਨੰਬਰ ਆਰਟੀਕਲ ਕੀ ਕਹਿੰਦਾ, ਇਹ ਕਰਦਾ ਕਿ ਕੰਡਕਟ ਆਫ ਬਿਜ਼ਨਸ ਆਫ ਦਾ ਗੌਰਮੈਂਟ ਆਫ ਇੰਡੀਆ ਦਾ ਕਿਹੜਾ ਕਾਰੋਬਾਰ ਦਾ ਆਚਰਣ ਦਿੰਦਾ ਕਿ ਗੌਰਮੈਂਟ ਆਫ ਇੰਡੀਆ ਕਿਸ ਤਰ੍ਹਾਂ ਕਾਰੋਬਾਰ ਕਰਦੀ ਆ। ਡਿਊਟੀਜ਼ ਆਫ 78 ਨੰਬਰ ਆਰਟੀਕਲ, ਆ ਜ਼ਰੂਰ ਕਰਨਾ, ਡਿਊਟੀਜ਼ ਆਫ ਪ੍ਰਾਈਮ ਮਿਨਿਸਟਰ ਦੀ ਜਿਹੜੀ ਡਿਊਟੀ ਹੁੰਦੀ ਆ ਐਜ਼ ਦਾ ਰਿਸਪੈਕਟ ਆਫ ਇਨਫੋਰਮੇਸ਼ਨ ਟੂ ਦਾ ਪ੍ਰੈਜ਼ੀਡੈਂਟ, ਯਾਨੀ ਕਿ ਪ੍ਰਧਾਨ ਮੰਤਰੀ ਦਾ ਕਰਤੱਵ ਦੱਸੇ ਹੋਏ ਨੇ ਕਿ ਰਾਸ਼ਟਰਪਤੀ ਨੂੰ ਜਾਣਕਾਰੀ ਦੇਣ ਦੇ ਸੰਬੰਧ ਦੇ ਕਿ ਰਾਸ਼ਟਰਪਤੀ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨੂੰ ਦੱਸਣੀਆਂ ਪੈਣੀਆਂ ਨੇ, ਠੀਕ ਹੈ, ਦੱਸਣੀਆਂ ਜਾਣੀਆਂ ਨੇ, ਠੀਕ ਹੈ ਜੀ। ਸੋ ਇਹ ਆ ਗਏ ਉਹਦੇ ਪ੍ਰਧਾਨ ਮੰਤਰੀ ਦੇ ਕਰਤੱਵ। ਹੁਣ ਆਪਾਂ ਥੋੜ੍ਹੇ ਜਿਹੇ ਆਪਣੇ ਲੈ ਕੇ ਆਏ ਹਾਂ, ਠੀਕ ਹੈ ਜੀ, MCQ। ਸੋ ਆਈ ਹੋਪ ਕਿ ਤੁਸੀਂ ਹੁਣ ਇੱਕ ਟੌਪਿਕ ਸਮਝ ਚੁੱਕੇ ਹੋਵੋਗੇ। ਇਹਦੇ ਵਿੱਚ ਮੋਸਟਲੀ 4 ਤੋਂ 5 ਕੁਐਸਚਨ ਹੀ ਜ਼ਿਆਦਾਤਰ ਰਿਪੀਟ ਹੁੰਦੇ ਨੇ, ਬਟ ਫਿਰ ਵੀ ਤੁਹਾਡੇ ਲਈ ਇਹ ਚੀਜ਼ ਸਮਝਣੀ ਜ਼ਰੂਰੀ ਸੀ। ਹੋਰ ਨਹੀਂ ਤਾਂ ਕਿ ਇੱਕ ਜਰਨਲ ਨੌਲੇਜ ਲਈ ਵੀ ਆਪਾਂ ਇਹ ਚੀਜ਼ ਕਰ ਸਕਦੇ ਹਾਂ। ਬਹੁਤ ਘੱਟ ਕੁਐਸਚਨ ਬਣਦੇ ਨੇ ਇਹਦੇ ਵਿੱਚੋਂ, ਬਟ ਬਣੇਗਾ ਜ਼ਰੂਰ, ਠੀਕ ਹੈ ਜੀ। ਸੋ ਆਪਾਂ ਫਿਰ ਵੀ ਮਿਸ ਨਹੀਂ ਕਰਨਾ, ਰਿਸਕ ਨਹੀਂ ਲੈਣੀ ਆਪਾਂ। ਸੋ ਕਿਉਂਕਿ ਆਪਾਂ ਕੋਸ਼ਿਸ਼ ਕਰਨੀ ਆ ਵੀ ਜਿਹੜੇ ਟੌਪਿਕ ਆਪਾਂ ਕਰ ਲਏ ਉਹਦੇ ਵਿੱਚੋਂ ਤਾਂ ਘੱਟੋ ਘੱਟ ਆਪਣਾ ਪੇਪਰ ਦੇ ਵਿੱਚੋਂ ਉਹ ਨੰਬਰ ਨਾ ਕੱਟਿਆ ਜਾਵੇ, ਠੀਕ ਹੈ ਜੀ। ਹੁਣ ਜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ, ਕੌਂਸਲ ਆਫ ਮਿਨਿਸਟਰ ਕਰਦੇ ਨੇ, ਪ੍ਰੈਜ਼ੀਡੈਂਟ ਕਰਦਾ, ਮੇਜੋਰਟੀ ਪਾਰਟੀ ਕਰਦੀ ਹੈ ਜਾਂ ਲੋਕ ਸਭਾ। ਹੁਣ ਦੇਖੋ ਜੀ, ਆਮ ਤੌਰ 'ਤੇ ਤੁਸੀਂ ਦੇਖੋਗੇ ਕਿ ਜਦੋਂ ਲੋਕ ਸਭਾ ਦੀ ਨੂੰ ਮੇਜੋਰਟੀ ਮਿਲ ਗਈ ਫਿਰ ਪ੍ਰਧਾਨ ਮੰਤਰੀ, ਬਟ ਉਹਨੇ ਨਿਯੁਕਤੀ ਪੁੱਛਿਆ ਕਿ ਅਪਾਇੰਟ ਕੌਣ ਕਰਦਾ। ਸੋ ਅਪਾਇੰਟ ਕਰੂਗਾ ਆਪਣਾ ਪ੍ਰੈਜ਼ੀਡੈਂਟ, ਠੀਕ ਹੈ ਜੀ। ਆਪਸ਼ਨ ਨੰਬਰ B ਆਪਣੀ ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਹੋ ਗਿਆ ਉਹਨੂੰ ਅਪਾਇੰਟ ਕੌਣ ਕਰਦਾ ਵਾ, ਰਾਸ਼ਟਰਪਤੀ। ਨੈਕਸਟ ਆ ਗਿਆ ਜੀ। ਹੁਣ ਜੀ 2 ਨੰਬਰ ਕੁਐਸਚਨ ਸਾਨੂੰ ਕਹਿੰਦਾ ਜੀ ਆਰਟੀਕਲ 75 ਦੇ ਵਿੱਚ ਕੀ ਲਿਖਿਆ ਹੋਇਆ, ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਵਾ ਕਿ ਜਿਹੜਾ ਕਿ ਅਪਾਇੰਟਮੈਂਟ ਹੁੰਦੀ ਆ ਪ੍ਰਾਈਮ ਮਿਨਿਸਟਰ ਦੀ ਬਾਈ ਦੀ ਡਨ ਆਫ ਦੀ ਪ੍ਰੈਜ਼ੀਡੈਂਟ, ਠੀਕ ਹੈ ਜੀ, ਪ੍ਰੈਜ਼ੀਡੈਂਟ ਡਨ ਕਰਦਾ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟ, ਆਰਟੀਕਲ 75 ਸਾਨੂੰ ਕਹਿੰਦਾ ਵਾ ਜੀ ਪ੍ਰੋਵਾਈਡ ਇਨਫੋਰਮੇਸ਼ਨ ਔਨ ਦਾ ਅਪਾਇੰਟਮੈਂਟ ਐਂਡ ਸਿਲੈਕਸ਼ਨ ਆਫ ਦਾ ਪ੍ਰਾਈਮ ਮਿਨਿਸਟਰ, ਠੀਕ ਹੈ ਜੀ। ਸੋ ਆਪਾਂ ਪੜ੍ਹਿਆ ਹੋਇਆ ਇਹ ਵੀ ਸਹੀ ਹੋ ਗਿਆ। ਇਹ ਪ੍ਰਾਈਮ ਮਿਨਿਸਟਰ will always prove the majority in the Lok Sabha before his appointment as the Prime Minister by, ਇਹ ਗਲਤ ਆ ਜੀ, ਪਹਿਲਾਂ ਨਹੀਂ ਉਹਨੂੰ ਅਪਾਇੰਟਮੈਂਟ ਉਹ ਕਰਨੀ ਪੈਂਦੀ, ਜ਼ਰੂਰੀ ਨਹੀਂ ਕਿ ਉਹਨੂੰ ਆਪਣੀ ਲੋਕ ਸਭਾ ਦੇ ਵਿੱਚ, ਕਿਉਂਕਿ ਕਈ ਵਾਰ ਆਪਾਂ ਦੇਖਿਆ ਵਾ, ਪੜ੍ਹਿਆ ਵਾ ਕਿ ਰਾਜ ਸਭਾ ਤੋਂ ਵੀ ਜਿਹੜੇ ਮੈਂਬਰ ਆਏ ਨੇ ਉਹਨਾਂ ਨੂੰ ਵੀ ਪ੍ਰਾਈਮ ਮਿਨਿਸਟਰ ਨਿਯੁਕਤ ਕੀਤਾ ਵਾ, ਠੀਕ ਹੈ ਜੀ, ਰਾਸ਼ਟਰਪਤੀ ਦੁਆਰਾ। ਅੱਗੇ ਆ ਗਿਆ ਜੀ ਸਾਡੇ ਕੋਲ, ਇਹ ਪਰਸਨ ਮੇ ਅਪਾਇੰਟ ਬਾਈ ਐਜ਼ ਏ ਪ੍ਰਾਈਮ ਮਿਨਿਸਟਰ ਬਾਈ ਦਾ ਪ੍ਰੈਜ਼ੀਡੈਂਟ ਹੂ ਮਸਟ ਪ੍ਰੂਵ ਹਿਜ਼ ਮੇਜਰਟੀ ਲੇਟਰ। ਬਾਈ ਚਾਂਸ ਇੱਕ ਬੰਦੇ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਬਟ ਅਗਲੇ 6 ਮਹੀਨਿਆਂ ਦੇ ਵਿੱਚ ਉਹਨੂੰ ਆਪਦੀ ਮੇਜਰਟੀ ਪ੍ਰੂਵ ਕਰਨੀ ਪੈਂਦੀ ਆ। ਸੋ ਇਹ ਵੀ ਸਹੀ ਹੋ ਗਿਆ। ਇਹ ਪਰਸਨ ਹੂ ਇਜ਼ ਨਾਟ ਦਾ ਮੈਂਬਰ ਆਫ ਲੋਕ ਸਭਾ ਐਂਡ ਰਾਜ ਸਭਾ ਕੈਨ ਬੀ ਅਪਾਇੰਟਡ ਐਜ਼ ਦਾ, ਬਿਲਕੁਲ ਸਹੀ ਹੈ ਜੀ। ਅਗਰ ਪ੍ਰਾਈਮ ਮਿਨਿਸਟਰ ਅਗਰ ਕੋਈ ਜਿਹੜਾ ਆਪਣਾ ਕੋਈ ਵੀ ਮੈਂਬਰ ਹੋ ਗਿਆ, ਲੋਕ ਸਭਾ ਦਾ ਵੀ ਨਹੀਂ ਮੈਂਬਰ, ਰਾਜ ਸਭਾ ਦਾ ਵੀ ਮੈਂਬਰ ਨਹੀਂ, ਫਿਰ ਵੀ ਪ੍ਰੈਜ਼ੀਡੈਂਟ ਨੂੰ ਅਪਾਇੰਟ ਕਰਦਾ ਪ੍ਰਾਈਮ ਮਿਨਿਸਟਰ ਨੂੰ, ਤਾਂ ਕੀ ਉਹ ਕਰ ਸਕਦਾ, ਬਿਲਕੁਲ ਕਰ ਸਕਦਾ, ਬਟ ਉਹਨੂੰ 6 ਮਹੀਨੇ ਦੇ ਵਿੱਚ ਫਿਰ ਤੋਂ ਆਪਣਾ ਬਹੁਮਤ ਹਾਸਲ ਕਰਨਾ ਪੈਣਾ ਵਾ, ਠੀਕ ਹੈ ਜੀ। ਸੋ 1, 3 ਐਂਡ 4 ਸਹੀ ਹੋ ਜਾਏਗਾ, 2 ਨੰਬਰ ਆਪਾਂ ਕੀਤਾ ਹੋਏਗਾ, 2 ਨੰਬਰ ਗਲਤ ਹੋ ਜਾਏਗਾ, ਠੀਕ ਹੈ ਜੀ। ਇਹਦੀ ਆਪਣੀ ਆਪਸ਼ਨ ਹੋ ਗਈ, ਆਪਸ਼ਨ ਨੰਬਰ B ਸਹੀ ਹੋ ਗਈ, ਠੀਕ ਹੈ ਜੀ। ਸੋ ਆਪਾਂ ਸਾਰਾ ਡਿਟੇਲ ਦੇ ਵਿੱਚ ਦਿੱਤਾ ਹੋਇਆ, ਤੁਸੀਂ ਐਕਸਪਲੇਨੇਸ਼ਨ ਪੜ੍ਹ ਸਕਦੇ ਹੋ ਥੱਲੇ, ਠੀਕ ਹੈ ਜੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟ, 3 ਸਟੇਟਮੈਂਟ, ਇਹਨਾਂ 'ਚੋਂ ਦੱਸੋ ਜੀ ਕਿਹੜੀ ਸਹੀ ਆ। ਪ੍ਰਾਈਮ ਮਿਨਿਸਟਰ ਜਿਹੜਾ ਹੁੰਦਾ ਇੰਡੀਆ ਦਾ ਮਸਟ ਬੀ ਏ ਮੈਂਬਰ ਆਫ ਲੋਕ ਸਭਾ, ਠੀਕ ਹੈ ਜੀ, ਮਸਟ ਬੀ ਏ ਮੈਂਬਰ, ਬਿਲਕੁਲ ਗਲਤ ਆ ਜੀ ਇਹ। ਲੋਕ ਸਭਾ ਦਾ ਮੈਂਬਰ ਵੀ ਹੋਣਾ ਚਾਹੀਦਾ, ਰਾਜ ਸਭਾ ਦਾ ਵੀ ਹੋਊਗਾ ਤਾਂ ਵੀ ਹੋ ਜਾਏਗਾ। ਪ੍ਰਾਈਮ ਮਿਨਿਸਟਰ ਆਫ ਇੰਡੀਆ ਕੈਨ ਬੀ ਮੈਂਬਰ ਆਫ ਆਈਦਰ ਹਾਊਸ, ਬਿਲਕੁਲ ਆਹ ਸਹੀ ਹੈ ਜੀ। ਲੋਕ ਸਭਾ ਦਾ ਵੀ ਹੋਵੇ ਚਾਹੇ ਉਹ ਰਾਜ ਸਭਾ ਦਾ ਵੀ ਹੋਵੇ, ਉਹਨੂੰ ਵੀ ਪ੍ਰਾਈਮ ਮਿਨਿਸਟਰ ਬਣਾ ਸਕਦੇ ਆ। ਇਫ ਪ੍ਰਾਈਮ ਮਿਨਿਸਟਰ ਇਜ਼ ਏ ਮੈਂਬਰ ਆਫ ਲੋਕ ਸਭਾ ਦੈਨ ਏਜ ਇਜ਼ 25
ਐਂਡ ਇਫ ਹੀ ਮੈਂਬਰ ਆਫ ਰਾਜ ਸਭਾ ਦੈਨ ਮਿਨੀਮਮ ਏਜ ਇਜ਼ ਦੀ, ਕਿਹੜੀ ਸਹੀ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਾ। 2 ਨੰਬਰ ਬਿਲਕੁਲ ਸਹੀ ਹੋ ਗਿਆ। ਸੀ ਨੰਬਰ ਦੇ ਵਿੱਚ ਇੱਕ ਆਪਣਾ ਆ ਵੀ ਸਹੀ ਹੋ ਗਿਆ, ਆ ਵੀ ਹੋ ਗਿਆ। ਪਹਿਲੀ ਆਪਸ਼ਨ ਆਪਣੀ ਗਲਤ ਹੋ ਗਈ, ਠੀਕ ਹੈ। 25 ਸਾਲ ਉਮਰ ਹੋਣੀ ਚਾਹੀਦੀ ਹੈ ਉਹਦੀ ਘੱਟੋ ਘੱਟ, ਜੇਕਰ ਉਹ ਲੋਕ ਸਭਾ ਦਾ ਮੈਂਬਰ ਆ। ਜੇਕਰ ਉਹ ਰਾਜ ਸਭਾ ਦਾ ਮੈਂਬਰ ਆ ਤਾਂ ਉਹਦੀ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ ਆ। ਪ੍ਰਧਾਨ ਮੰਤਰੀ ਨੂੰ ਸਹੁੰ ਕੌਣ ਚੁਕਾਉਂਦਾ? ਆਪਾਂ ਕਰ ਚੁੱਕੇ ਹਾਂ ਕਿ ਪ੍ਰੈਜ਼ੀਡੈਂਟ ਆਪਣਾ ਵਾ ਪ੍ਰਧਾਨ ਮੰਤਰੀ ਨੂੰ ਸਹੁੰ ਚੁਕਾਉਂਦਾ ਵਾ। ਪ੍ਰਧਾਨ ਮੰਤਰੀ ਦੇ ਦਫ਼ਤਰ ਦੀ ਮਿਆਦ ਕੀ ਹੈ? ਪ੍ਰਧਾਨ ਮੰਤਰੀ ਦੇ ਦਫ਼ਤਰ ਦੀ ਕੋਈ ਮਿਆਦ ਨਹੀਂ ਜੀ, ਇਹ ਨਾਟ ਫਿਕਸਡ ਆ। ਚਾਹੇ ਉਹ 5 ਸਾਲ ਲਈ ਬਣੇ, 10 ਸਾਲ ਲਈ ਬਣੇ, 15 ਸਾਲ ਲਈ ਬਣੇ, 20 ਸਾਲ ਲਈ ਬਣੇ, ਠੀਕ ਆ। ਸੋ ਆਪਾਂ ਇਹ ਕਰ ਚੁੱਕੇ ਹਾਂ, ਠੀਕ ਹੈ ਜੀ। ਅਦਰਵਾਈਜ਼ ਜਿਹੜਾ ਲੋਕ ਸਭਾ ਦੇ ਮੈਂਬਰ ਦੀ ਮਿਆਦ ਹੁੰਦੀ ਆ, ਜਦੋਂ ਤੱਕ ਉਹਨੂੰ ਬਹੁਮਤ ਮਿਲਦਾ ਰਹਿੰਦਾ ਵਾ ਉਹ ਕਰਦਾ। ਅਦਰਵਾਈਜ਼ ਆਪਾਂ ਗੱਲ ਕਰੀਏ ਵੈਸੇ ਜੇ ਜਨਰਲ ਇਲੈਕਸ਼ਨ ਹੁੰਦਾ ਤਾਂ ਉਹ 5 ਸਾਲ ਬਾਅਦ ਹੁੰਦੇ ਆ, ਉਹ ਆਪਾਂ ਕੀ ਕਰਾਂਗੇ, ਠੀਕ ਹੈ ਜੀ। ਅੱਗੇ ਆਪਾਂ ਪਾਰਲੀਮੈਂਟਰੀ ਸਿਸਟਮ ਜਦੋਂ ਕਰਾਂਗੇ, ਨਾਟ ਫਿਕਸਡ ਆਪਾਂ ਕੀਤਾ ਹੋਇਆ, ਠੀਕ ਹੈ ਜੀ। ਹੁਣ ਜੇ ਇਹਨਾਂ 'ਚੋਂ ਕਿਹੜਾ ਵਾ ਜਿਹੜਾ ਕਿ ਲੌਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਇੰਡੀਆ ਦਾ? ਇਹ ਹੈਗੇ ਜੀ ਜਵਾਹਰ ਲਾਲ ਨਹਿਰੂ। ਇਹਨਾਂ ਨੇ ਘੱਟੋ ਘੱਟ 16 ਤੋਂ 17 ਸਾਲ ਇਹਨਾਂ ਨੇ 3 ਵਾਰੀ ਪ੍ਰਾਈਮ ਮਿਨਿਸਟਰ ਬਣੇ ਸੀ, ਠੀਕ ਹੈ ਜੀ। ਇਹ ਵੀ ਸਹੀ ਹੋ ਗਿਆ ਤੁਹਾਡਾ। ਵਿਚ ਪ੍ਰਾਈਮ ਮਿਨਿਸਟਰ ਹੈਡ ਕੁਆਇੰਡ ਦਾ ਟਰਮ ਜੈ ਜਵਾਨ ਤੇ ਜੈ ਕਿਸਾਨ? ਇਹ ਕਿਹਨੇ ਕੀਤੀ ਸੀ ਜੀ? ਇਹ ਲਾਲ ਬਹਾਦਰ ਸ਼ਾਸਤਰੀ ਨੇ ਕੀਤੀ ਸੀ, ਠੀਕ ਹੈ ਜੀ। ਵਿਚ ਇਜ਼ ਦਾ ਮੈਕਸੀਮਮ ਅਲਾਓ ਸਾਈਜ਼ ਆਫ ਕਾਉਂਸਲ ਆਫ ਮਿਨਿਸਟਰ ਦਾ ਮੈਕਸੀਮਮ ਜਿਹੜਾ ਅਲਾਓ ਸਾਈਜ਼ ਕਿੰਨਾ ਵਾ? ਇਹ ਆਪਾਂ ਕੀਤਾ ਹੋਇਆ ਕਿ 15% ਤੋਂ ਵੱਧ ਨਹੀਂ ਹੋਣਾ ਚਾਹੀਦਾ। ਲੋਕ ਸਭਾ ਦੇ ਮੈਂਬਰ ਮੰਨ ਲਓ 543 ਨੇ, ਇਹਦਾ 15% ਸਾਡਾ ਇਸ ਤੋਂ ਵੱਧ 81 ਤੋਂ ਵੱਧ ਨਹੀਂ ਹੋਣੇ ਚਾਹੀਦੇ, ਠੀਕ ਹੈ। ਵੱਧ ਤੋਂ ਵੱਧ 81 ਹੋ ਸਕਦੇ। ਇਸ ਟਾਈਮ ਆਪਣੇ 60 ਤੋਂ 62 ਨੇ, ਠੀਕ ਹੈ ਜੀ। 60 ਨੇ, ਪਤਾ ਨਹੀਂ 62 ਨੇ, ਇਹ ਤੁਸੀਂ ਚੈੱਕ ਕਰ ਲੈਣਾ। ਹੂ ਅਮੰਗ ਦਾ ਫੋਲੋਇੰਗ ਇਜ਼ ਨਾਟ ਏ ਕੈਟਾਗਰੀ ਆਫ ਕੌਂਸਲ ਮਿਨਿਸਟਰ? ਆਪਾਂ ਕੀਤਾ ਹੋਇਆ ਕਿ ਕੈਬਨਿਟ ਮਿਨਿਸਟਰ ਹੁੰਦੇ ਨੇ ਕੌਂਸਲ ਆਫ ਮਿਨਿਸਟਰ 'ਚ, ਮਿਨਿਸਟਰੀ ਆਫ ਸਟੇਟ ਇੰਡੀਪੈਂਡੈਂਟ ਚਾਰਜਸ ਇਹ ਵੀ ਹੁੰਦੇ ਆ, ਡੈਪੂਟੀ ਮਿਨਿਸਟਰ ਹੁੰਦੇ ਨੇ, ਬਟ ਮਿਨਿਸਟਰੀ ਆਫ ਕਰਾਊਨ ਨਹੀਂ ਹੁੰਦੇ ਇਹ, ਠੀਕ ਹੈ ਜੀ। ਵਿਚ ਵਾਜ਼ ਦਾ ਹਾਈਐਸਟ ਡਿਸੀਜਨ ਮੇਕਿੰਗ ਅਥਾਰਟੀ ਆਫ ਇੰਡੀਆ ਐਡਮਿਨਿਸਟ੍ਰੇਸ਼ਨ ਸਰਵਿਸਿਜ਼? ਜਿਹੜੀ ਇੰਡੀਆ ਦੀ ਐਡਮਿਨਿਸਟ੍ਰੇਸ਼ਨ ਸਰਵਿਸ ਹੁੰਦੀ ਆ ਉਹਦੇ ਵਿੱਚ ਹਾਈਐਸਟ ਡਿਸੀਜਨ ਮੇਕਿੰਗ ਕਿਹੜੀ ਹੁੰਦੀ ਹੈ? ਕੈਬਨਿਟ ਮਿਨਿਸਟਰੀ ਹੁੰਦੀ ਆ। ਇਹੀ ਸਾਰੇ ਫੈਸਲੇ ਲੈਂਦੀ ਆ, ਜਿਹਦਾ ਕਿ ਹੈੱਡ ਹੁੰਦਾ ਆਪਣਾ ਪ੍ਰਾਈਮ ਮਿਨਿਸਟਰ। ਵਿਚ ਅਮੰਗ ਦਾ ਫੋਲੋਇੰਗ ਇਜ਼ ਨਾਟ ਏ ਕਮੇਟੀ, ਨਾਟ ਏ ਕੈਬਨਿਟ ਕਮੇਟੀ? ਇਹਨਾਂ ਦੇ ਵਿੱਚੋਂ ਅਗਰ ਆਪਾਂ ਕੈਬਨਿਟ ਕਮੇਟੀ ਆਫ ਪ੍ਰਾਈਜ਼ਸ ਵੀ ਹੈਗੀ ਆ, ਪੋਲੀਟੀਕਲ ਅਫੇਅਰ 'ਤੇ ਵੀ ਹੈਗੀ ਆ, ਐਡਮਿਨਿਸਟ੍ਰੇਸ਼ਨ 'ਤੇ ਵੀ ਹੈਗੀ ਆ, ਬਟ ਇਨਵੈਸਟਮੈਂਟ 'ਤੇ ਨਹੀਂ ਹੈਗੀ, ਠੀਕ ਹੈ। ਸੋ ਆਪਣਾ ਡੀ ਸਹੀ ਹੋ ਜਾਓ। ਸੌਰੀ, ਐਡਮਿਨਿਸਟ੍ਰੇਟਿਵ ਨਹੀਂ ਹੈਗੀ, ਇਨਵੈਸਟਮੈਂਟ ਵੀ ਹੈਗੀ ਆ, ਪੋਲੀਟੀਕਲ ਅਫੇਅਰ ਵੀ ਹੈਗਾ, ਪ੍ਰਾਈਜ਼ਸ ਵੀ ਆ। ਥੱਲੇ ਆਪਣੀਆਂ ਨਾ ਸਾਰਾ ਦਿੱਤਾ ਹੋਇਆ ਕਿ ਜਿਹੜੀ ਕੈਬਨਿਟ ਕਮੇਟੀ ਹੁੰਦੀ ਹੈ ਇਹ ਨਾਨ ਕੌਂਸਟੀਟਿਊਸ਼ਨਲ ਬੋਡੀ ਆ, ਬਟ ਇਟ ਸਰਵ ਦਾ ਪਰਪਸ ਆਫ ਸੋਲਵਿੰਗ ਸਪੈਸੀਫਿਕ ਟਾਸਕ ਐਜ਼ ਵਰਕ ਇਨ ਦਾ ਪ੍ਰਿੰਸੀਪਲ ਆਫ ਲੇਬਰ ਐਂਡ ਡੇਵੀਏਸ਼ਨ ਐਂਡ ਇਫੈਕਟਿਵ ਡੈਲੀਗੇਸ਼ਨ ਦੇ ਲਈ। ਹੁਣ ਇਹਦੇ 'ਚ ਇੱਕ ਸਟੈਂਡਿੰਗ ਹੁੰਦੀ ਹੈ ਐਡ ਹੋਕ, ਸਟੈਂਡਿੰਗ ਹੁੰਦੀ ਆ ਸਥਾਈ, ਐਡ ਹੋਕ ਹੁੰਦੀ ਆ ਅਸਥਾਈ, ਠੀਕ ਹੈ ਜੀ। ਹੁਣ ਫਿਲਹਾਲ ਇਸ ਟਾਈਮ 'ਤੇ ਤਾਂ 10 ਫੰਕਸ਼ਨ ਹੁੰਦੇ ਨੇ ਕੈਬਨਿਟ ਕਮੇਟੀ ਦੇ, ਜਿਹਦੇ ਵਿੱਚ ਆਪਾਂ ਕਹਿੰਦਾ ਪ੍ਰਾਈਜ਼ ਦੀ ਹੁੰਦੀ ਆ, ਪੋਲੀਟੀਕਲ ਅਫੇਅਰ ਹੁੰਦੇ ਆ, ਇਨਵੈਸਟਮੈਂਟ ਦੀ ਹੁੰਦੀ ਆ, ਇਕਨੋਮਿਕ ਅਫੇਅਰ ਹੁੰਦੇ ਆ, ਸਿਕਿਉਰਿਟੀ ਹੁੰਦੀ ਆ, WTO ਮੈਟਰ ਹੋ ਗਏ, UIDAI ਰਿਲੇਟਡ ਇਸ਼ੂ ਹੋ ਗਿਆ, ਠੀਕ ਹੈ ਜੀ। ਸੋ ਨੈਕਸਟ ਅਗਰ ਆਗਾ ਕੈਬਨਿਟ ਕਮੇਟੀ ਪਾਰਲੀਮੈਂਟਰੀ ਅਫੇਅਰ ਹੋ ਗਿਆ, ਠੀਕ ਹੈ ਜੀ। ਸੋ ਨੈਕਸਟ ਆਪਣਾ ਅਕਮੰਡੇਸ਼ਨ ਆ ਗਈ, ਅਪਾਇੰਟਮੈਂਟ ਕਮੇਟੀ ਆਫ ਦੀ ਕੈਬਨਿਟ, ਇਹ ਤੁਸੀਂ ਕਰ ਲੈਣੀਆਂ ਨੇ, ਠੀਕ ਹੈ। ਪੇਪਰ ਦੇ ਵਿੱਚ ਜਾਣੀ ਕਿ ਹੁਣ ਤੁਸੀਂ ਦੇਖ ਸਕਦੇ ਹੋ ਆ ਮੈਂ ਪ੍ਰੀਵੀਅਸ ਈਅਰ ਪੇਪਰ ਦੇ ਵਿੱਚੋਂ ਚੱਕੇ ਹੋਏ ਕੁਐਸਚਨ ਨੇ, ਚਾਹੇ ਉਹ ਆਪਣੇ ਪੰਜਾਬ ਦਾ ਪੇਪਰ ਹੋਵੇ, ਚਾਹੇ ਆਪਣਾ SSC ਹੋਵੇ। ਸੋ ਕਿਸੇ ਵੀ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਬਣਦੇ ਨੇ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੜੀ ਚੀਜ਼ ਇੰਪੋਰਟੈਂਟ ਬਣਦੀ ਹੈ ਤੇ ਕਿਹੜੀ ਚੀਜ਼ ਤੁਸੀਂ ਪੜ੍ਹਨੀ ਆ। ਵੈਸੇ ਆਪਾਂ ਮੋਸਟਲੀ ਆਪਾਂ ਜਦੋਂ ਆਪਣਾ ਇਹ ਸਬਜੈਕਟ ਕੰਪਲੀਟ ਹੋ ਜਾਏਗਾ ਆਪਾਂ 400 ਤੋਂ 500 MCQ ਕਰਾਂਗੇ, ਠੀਕ ਹੈ ਜੀ। ਸੋ ਆਹ ਆਪਣੇ ਪ੍ਰਾਈਮ ਮਿਨਿਸਟਰ ਨੇ, ਸੋ ਇਹ ਵੀ ਆਪਾਂ ਐਡ ਕਰਤੇ ਹੋਏ ਆ। ਜਵਾਹਰ ਲਾਲ ਨਹਿਰੂ, ਠੀਕ ਆ, ਆਪਾਂ 16-17 ਸਾਲ ਬਣੇ ਰਹੇ ਇਹ। ਉਸ ਤੋਂ ਬਾਅਦ ਗੁਲਜ਼ਾਰੀ ਲਾਲ ਨੰਦਾ ਸੀਗੇ, ਲਾਲ ਬਹਾਦਰ ਸ਼ਾਸਤਰੀ ਜਿਹੜੇ ਆਪਣੇ ਤੀਜੇ ਪ੍ਰਧਾਨ ਮੰਤਰੀ ਸੀਗੇ, ਗੁਲਜ਼ਾਰੀ ਲਾਲ ਨੰਦਾ ਹੋ ਗਏ ਜੀ, ਠੀਕ ਹੈ ਜੀ। ਆਪਣੇ ਇੰਦਰਾ ਗਾਂਧੀ ਹੋ ਗਏ, ਮੋਰਾਰਜੀ ਦੇਸਾਈ, ਚਰਨ ਸਿੰਘ, ਇੰਦਰਾ ਗਾਂਧੀ ਫਿਰ ਬਣੇ, ਰਾਜੀਵ ਗਾਂਧੀ, ਵਿਸ਼ਵਨਾਥ ਪ੍ਰਤਾਪ, ਚੰਦਰ ਸ਼ੇਖਰ, PV ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ ਜੀ ਆਪਣੇ 16 ਜੂਨ ਨੂੰ ਬਣੇ, HD ਦੇਵੇ ਬਣਿਆ, ਇੰਦਰ ਕੁਮਾਰ ਗੁਲਜ਼ਾਰੀ ਬਣਿਆ, ਠੀਕ ਆ। ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਹੁਣ 2014 ਤੋਂ ਨਰਿੰਦਰ ਮੋਦੀ ਬਣਿਆ ਹੋਇਆ, ਠੀਕ ਆ ਜੀ। ਸੋ ਇਹ ਆਪਣੇ ਸਾਰੇ ਆਪਾਂ ਕਰ ਚੁੱਕੇ ਹਾਂ ਹੁਣ, ਠੀਕ ਆ ਜੀ। ਯੂਨੀਅਨ ਐਗਜ਼ੀਕਿਊਟਿਵ ਆਪਣੀ ਇਹ ਖਤਮ ਹੋ ਚੁੱਕੀ ਆ 78 ਤੱਕ। ਇਹਦੇ ਵਿੱਚ ਸਿਰਫ ਆਪਾਂ ਇੱਕ ਅਟਾਰਨੀ ਜਨਰਲ ਆਫ ਇੰਡੀਆ ਦਾ ਜਿਹੜਾ 76 ਨੰਬਰ ਆਰਟੀਕਲ ਆ, ਇਹ ਨਹੀਂ ਆਪਾਂ ਡਿਟੇਲ 'ਚ ਕੀਤਾ। ਇਹ ਆਪਾਂ ਕਰਾਂਗੇ ਜਦੋਂ ਆਪਣੇ ਕੌਂਸਟੀਟਿਊਸ਼ਨਲ ਬੋਡੀਜ਼ ਸਟਾਰਟ ਹੋ ਜਾਣਗੀਆਂ। ਇਹ ਲਿਖਿਆ ਹੋਇਆ ਵਾ ਮੇਰਾ, ਠੀਕ ਆ ਜੀ। ਅਗਲੀ ਕਲਾਸ ਆਪਾਂ ਲੋਕ ਸਭਾ ਦੇ ਉੱਤੇ ਲੈ ਕੇ ਆਵਾਂਗੇ, ਜਿਹਦੇ ਵਿੱਚ ਕਿ ਆਰਟੀਕਲ 79, 80, 81 ਆਪਾਂ ਡਿਟੇਲ 'ਚ ਕਰਾਂਗੇ, ਤੇ ਹੋਰ ਜਿਹੜੇ ਵੀ ਆਰਟੀਕਲ ਲੋਕ ਸਭਾ ਰਾਜ ਸਭਾ ਨਾਲ ਜੁੜੇ ਹੋਏ ਨੇ, ਠੀਕ ਆ, ਪਾਰਲੀਮੈਂਟ ਨਾਲ ਜੁੜੇ ਹੋਏ ਨੇ, ਉਹ ਵੀ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਜੇਕਰ ਤੁਹਾਨੂੰ ਇਹਦੀ PDF ਚਾਹੀਦੀ ਆ, ਉਹਦੇ ਲਈ ਤੁਹਾਨੂੰ ਆਪਣਾ GK ਅਕੈਡਮੀ ਪੰਜਾਬ ਦਾ ਟੈਲੀਗ੍ਰਾਮ ਚੈਨਲ ਜੁਆਇਨ ਕਰਨਾ ਪੈਣਾ, ਠੀਕ ਆ ਜੀ। ਸੋ ਅੱਗੇ ਵੀ ਆਪਾਂ ਕਲਾਸਿਸ ਹੁਣ ਕੰਟੀਨਿਊ ਰੱਖਾਂਗੇ। ਥੋੜੀ ਤਬੀਅਤ ਖਰਾਬ ਹੋਣ ਕਰਕੇ ਕਲਾਸ ਤਿਆਰ ਕਰਨ 'ਚ ਥੋੜੀ ਦਿੱਕਤ ਆਈ ਤੇ ਰਿਕਾਰਡ ਕਰਨ 'ਚ ਵੀ। ਸੋ ਫਿਰ ਵੀ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਣੀ ਕਲਾਸ ਰੈਗੂਲਰ ਰਹੇ, ਠੀਕ ਹੈ ਜੀ। ਸੋ ਹੁਣ ਤੁਸੀਂ ਆਪਾਂ ਅਗਰ ਆਪਣੀ ਕਲਾਸ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਆਪਣੀ ਕਲਾਸ ਨੂੰ ਲਾਈਕ ਕਰੋ ਜੀ, ਠੀਕ ਹੈ ਜੀ। ਸ਼ੇਅਰ ਕਰੋ, ਸਬਸਕ੍ਰਾਈਬ ਕਰ ਲਓ ਆਪਣਾ ਚੈਨਲ, ਤੇ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜੀ।